ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਮਿਲੇ। ਅੱਜ ਦੇ ਮੁਬਾਰਕ ਦਿਨ ਦੇ ਲਈ, ਅੱਜ ਦੇ ਸਮੇਂ ਦੇ ਲਈ ਖੁਦਾਵੰਦ ਦਾ ਸ਼ੁਕਰ ਆ ਕਿ ਖੁਦਾਵੰਦ ਨੇ ਤੁਹਾਡੀ ਔਰ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਦਾ ਦਿਨ ਬਖਸ਼ ਦਿੱਤਾ। ਅੱਜ ਪਵਿੱਤਰ ਆਤਮਾ ਦੀ ਸਹਾਇਤਾ ਦੇ ਨਾਲ ਕੁਝ ਗੱਲਾਂ ਅੱਜ ਅਸੀਂ ਸਿੱਖਣੀਆਂ ਆ। ਮੈਂ ਵੀ ਸਿੱਖਣੀਆਂ ਆ, ਤੁਸੀਂ ਵੀ ਸਿੱਖਣੀਆਂ ਆ। ਵਿਚਕਾਰ ਤੁਹਾਡੇ ਔਰ ਮੇਰੇ ਖੁਦਾਵੰਦ ਦਾ ਪਾਕ ਰੂ ਆ, ਜਿਹੜਾ ਤੁਹਾਨੂੰ ਤੇ ਮੈਨੂੰ ਸਿਖਾਉਂਦਾ, ਤੁਹਾਨੂੰ ਤੇ ਮੈਨੂੰ ਗਾਈਡ ਕਰਦਾ ਆ, ਸੰਭਾਲਦਾ ਆ, ਖੜਿਆਂ ਰੱਖਦਾ, ਮਜ਼ਬੂਤ ਕਰਦਾ ਆ। ਜੋ ਦੀ ਅਧੀਨਗੀ ਦੇ ਵਿੱਚ ਅੱਜ ਅਸੀਂ ਕਲਾਮ ਦੇ ਵਿੱਚੋਂ ਕੁਝ ਗੱਲਾਂ ਸਿੱਖਣੀਆਂ ਆ ਔਰ ਬੜੀ ਹੀ ਅਧੀਨਗੀ ਦੇ ਨਾਲ, ਬੜੇ ਹੀ ਸਿੱਖਣ ਦੇ ਚਾਹਵੰਦ ਦੇ ਨਾਲ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਬੈਠਣਾ, ਆਪਣਾ ਬਾਈਬਲ ਲੈ ਕੇ, ਤਾਂ ਜੋ ਅਸੀਂ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਬਹੁਤ ਗੱਲਾਂ ਸਿੱਖ ਸਕੀਏ, ਅੱਛੀਆਂ ਗੱਲਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣਗੀਆਂ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਪ੍ਰਾਰਥਨਾ ਦੀ ਹਾਲਤ ਦੇ ਵਿੱਚ ਹੁੰਦੇ ਹੋਇਆ ਆਪਣੇ ਆਪ ਨੂੰ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਸੌਂਪਦੇ ਹੋਏ ਪ੍ਰਾਰਥਨਾ ਕਰਦੇ ਹਾਂ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਸਾਦਰਯੋਗ ਸਮੇਂ ਦੇ ਲਈ ਜੋ ਸਾਡੀ ਜ਼ਿੰਦਗੀ 'ਚ ਬਖਸ਼ਿਆ। ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪਿਤਾ ਜੀ, ਤੁਸੀਂ ਜੋ ਵੱਡੇ ਵੱਡੇ ਤੇ ਅਨੋਖੇ ਕੰਮ ਕਰਨ ਵਾਲੇ ਖੁਦਾਵੰਦ ਔਰ ਆਪਣੇ ਲੋਕਾਂ ਦੇ ਉੱਪਰ ਭੇਦਾਂ ਨੂੰ ਜ਼ਾਹਿਰ ਕਰਨ ਵਾਲੇ ਖੁਦਾਵੰਦ ਮੇਰੇ ਪ੍ਰਭੂ ਜੀ, ਅੱਜ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਬੜੇ ਹੀ ਆਦਰਯੋਗ ਸਮੇਂ ਦੇ ਲਈ। ਮੇਰੇ ਖੁਦਾ ਬਾਪ, ਖੁਦਾ ਬੇਟੇ, ਖੁਦਾ ਪਾਕ ਰੂਹ ਦੇ ਨਾਮ ਦੇ ਵਿੱਚ ਪ੍ਰਭੂ ਅੱਜ ਦੀ ਮੀਟਿੰਗ ਦੇ ਲਈ ਧੰਨਵਾਦ ਕਰਦੇ ਹਾਂ, ਅੱਜ ਦੀ ਆਰਾਧਨਾ ਦੇ ਲਈ ਧੰਨਵਾਦ ਕਰਦੇ ਹਾਂ, ਅੱਜ ਦੇ ਪਵਿੱਤਰ ਕਲਾਮ ਦੇ ਲਈ ਅਸੀਂ ਸ਼ੁਕਰ ਅਦਾ ਕਰਦੇ ਹਾਂ। ਅੱਜ ਜੋ ਤੁਹਾਡੇ ਲੋਕਾਂ ਨੇ ਕਲਾਮ ਦੀਆਂ ਗੱਲਾਂ ਨੂੰ ਸੁਣਨਾ ਸਮਝਣਾ ਹੈ ਮੇਰੇ ਪ੍ਰਭੂ ਜੀ, ਵਿਨਤੀ ਕਰਦੇ ਹਾਂ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਬੰਦੇ ਦੀ ਬੋਲਣ ਦੇ ਵਿੱਚ ਔਰ ਤੁਹਾਡੇ ਲੋਕਾਂ ਦੀ ਸੁਣਨ ਸਮਝਣ ਦੇ ਵਿੱਚ ਮਦਦ ਕਰੇ ਮੇਰੇ ਖੁਦਾ ਬਾਪ ਜੀ। ਸੁਣਨ ਵਾਲੀਆਂ ਜ਼ਿੰਦਗੀਆਂ ਨਿਹਾਲ ਹੋਣ ਮੇਰੇ ਪ੍ਰਭੂ, ਸੁਣਨ ਵਾਲੇ ਕੰਨ ਦਿਓ, ਜਮਾ ਕਰਨ ਵਾਲਾ ਹਿਰਦੇ ਦਿਓ ਮੇਰੇ ਪ੍ਰਭੂ, ਤਾਂ ਜੋ ਸਮਾਂ ਆਉਣ ਤੇ ਜ਼ਰੂਰਤ ਪੈਣ ਤੇ ਪ੍ਰਭੂ ਅੱਜ ਦਾ ਵਚਨ ਸਾਨੂੰ ਤਰੱਕੀ ਦੇ ਵੱਲ ਲੈ ਕੇ ਜਾਵੇ, ਡਿੱਗਣ ਤੋਂ ਬਚਾਵੇ, ਕਮਜ਼ੋਰ ਹੋਣ ਤੋਂ ਬਚਾਵੇ, ਸ਼ੈਤਾਨ ਦੀਆਂ ਬਿਲਾਸ਼ਾਵਾਂ ਦੇ ਵਿੱਚ ਡਿੱਗਣ ਤੋਂ, ਫਸਣ ਤੋਂ ਬਚਾਵੇ ਮੇਰੇ ਪ੍ਰਭੂ ਜੀ। ਦਿਲ ਦੀ ਗਹਿਰਾਈ ਤੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਇਸ ਪਿਆਰ ਦੇ ਲਈ ਖੁਦਾਵੰਦ, ਜਿਸ ਪਿਆਰ ਦੇ ਸਦਕਾ ਅੱਜ ਅਸੀਂ ਤੁਹਾਡੀ ਪਾਕ ਔਰ ਪਵਿੱਤਰ ਹਜ਼ੂਰੀ ਦੇ ਵਿੱਚ ਹਾਂ ਮੇਰੇ ਖੁਦਾਵੰਦ। ਔਰ ਸ਼ੁਕਰ ਕਰਦੇ ਹਾਂ ਮੇਰੇ ਖੁਦਾ ਬਾਬਾ, ਅੱਜ ਅਸੀਂ ਨਿਰਣੇ ਕਰਦੇ ਹਾਂ ਪ੍ਰਭੂ ਜੀ, ਅੱਜ ਅਸੀਂ ਸਟਰੋਂਗਲੀ ਡਿਸੀਜ਼ਨ ਲਈਏ ਮੇਰੇ ਪ੍ਰਭੂ ਤੁਹਾਡੀ ਵਚਨਾਂ ਦੇ ਉੱਪਰ ਚੱਲਣ ਦਾ ਔਰ ਤੁਹਾਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਮੇਰੇ ਖੁਦਾਵੰਦਾ। ਸਾਡੀਆਂ ਸੋਚਾਂ, ਖਿਆਲ, ਜ਼ਿੰਦਗੀ ਦੇ ਉੱਪਰ ਤੁਹਾਡਾ ਅਧਿਕਾਰ ਹੋ ਜਾਵੇ ਪ੍ਰਭੂ ਜੀ। ਅਸੀਂ ਜਾਣ ਲਿਆ, ਅਸੀਂ ਸਮਝ ਲਿਆ ਮੇਰੇ ਖੁਦਾਵੰਦ, ਤੁਸੀਂ ਉਧਾਰ ਕਰਤਾ ਆ ਪ੍ਰਭੂ, ਤੁਸੀਂ ਮੁਕਤੀ ਦਾਤਾ ਆ ਮੇਰੇ ਖੁਦਾਵੰਦਾ। ਤੁਹਾਡੇ ਤੋਂ ਬਾਅਦ ਹੋਰ ਕੋਈ ਨਹੀਂ ਮੇਰੇ ਖੁਦਾਵੰਦ, ਜੋ ਬਚਾਵੇ, ਜੋ ਸੰਭਾਲੇ, ਜੋ ਇਦਾਂ ਪਿਆਰ ਕਰੇ, ਜੋ ਗਿਰੇ ਨੂੰ ਖੜਾ ਕਰੇ ਮੇਰੇ ਪ੍ਰਭੂ, ਜੋ ਕਦੀ ਇਕੱਲਿਆਂ ਨਾ ਛੱਡੇ ਮੇਰੇ ਪ੍ਰਭੂ। ਮੈਂ ਦਿਲ ਤੋਂ ਤੁਹਾਡਾ ਧੰਨਵਾਦ ਅਦਾ ਕਰਦਾ ਖੁਦਾਵੰਦ। ਜਿੰਨੇ ਵੀ ਆਨਲਾਈਨ ਵਿਊਵਰਸ ਨੇ ਅੱਜ ਦੀ ਮੀਟਿੰਗ ਨੂੰ ਦੇਖ ਰਹੇ ਨੇ, ਜੁਆਇਨ ਕਰ ਰਹੇ ਨੇ ਪ੍ਰਭੂ, ਆਸ਼ੀਸ਼ ਔਰ ਬਰਕਤ ਦਿਓ ਪ੍ਰਭੂ, ਹਰ ਇੱਕ ਦੀ ਜ਼ਰੂਰਤ ਨੂੰ ਪੂਰਾ ਕਰਨਾ, ਆਤਮਕ ਤਰੱਕੀ ਦੇਣਾ ਮੇਰੇ ਪ੍ਰਭੂ, ਸਵਰਗ ਦੇ ਅਧਿਕਾਰੀ ਬਣਾਉਣਾ, ਕਮੀਆਂ ਨੂੰ ਦੂਰ ਕਰਨਾ, ਮਾਂਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਖੁਦਾਵੰਦ। ਔਰ ਦਿਲ ਤੋਂ ਤੁਹਾਡਾ ਸ਼ੁਕਰ ਕਰਦੇ ਹੋਏ ਅੱਜ ਦੀ ਮੀਟਿੰਗ ਨੂੰ ਤੁਹਾਡੇ ਹੱਥਾਂ 'ਚ ਦਿੰਦੇ ਹੋਏ, ਕਲਾਮ ਨੂੰ ਤੁਹਾਡੇ ਹੱਥਾਂ 'ਚ ਦਿੰਦੇ ਹੋਏ, ਵਚਨ ਦੇ ਭੇਦਾਂ ਨੂੰ ਤੁਹਾਡੇ ਹੱਥਾਂ 'ਚ ਦਿੰਦੇ ਹੋਏ, ਪਵਿੱਤਰ ਆਤਮਾ ਦੀ ਮੌਜੂਦਗੀ ਨੂੰ ਮੰਗਦੇ ਹੋਏ ਇਸ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਨਾਸਰੀ ਦੇ ਜ਼ਿੰਦਾ ਨਾਮ 'ਚ ਹੋ ਕੇ ਮੰਗਦੇ ਹਾਂ, ਆਮੀਨ। ਗॉड ਬਲੈਸ। ਖੁਦਾਵੰਦ ਤੁਹਾਨੂੰ ਸਭਨਾਂ ਨੂੰ ਆਸ਼ੀਸ਼ ਔਰ ਬਰਕਤ ਦੇਵੇ ਅੱਜ ਦੇ ਇਸ ਬੜੇ ਹੀ ਆਦਰਯੋਗ ਸਮੇਂ ਦੇ ਲਈ ਜੋ ਪਰਮੇਸ਼ਵਰ ਨੇ ਤੁਹਾਡੀ ਔਰ ਮੇਰੀ ਜ਼ਿੰਦਗੀ ਦੇ ਵਿੱਚ ਬਖਸ਼ ਦਿੱਤਾ। ਔਰ ਅੱਜ ਅਸੀਂ ਖੁਦਾਵੰਦ ਦੇ ਪਵਿੱਤਰ ਕਲਾਮ ਦੇ ਵਿੱਚੋਂ ਕੁਝ ਗੱਲਾਂ ਸਿੱਖਣੀਆਂ ਆ। ਮੈਂ ਅੱਜ ਅਸੀਂ ਕਿਸ ਟੌਪਿਕ ਦੇ ਉੱਪਰ ਗੱਲ ਕਰਨੀ ਆ ਉਹ ਤੁਹਾਨੂੰ ਸਿਖਾਉਣਾ ਚਾਹੁੰਦਾ ਹਾਂ। ਪ੍ਰਾਰਥਨਾ ਦੇ ਵਿੱਚ ਹੋਰ ਵਾਧਾ ਕਿੱਦਾਂ ਹੋ ਸਕਦਾ, ਸਾਡੀ ਜ਼ਿੰਦਗੀ ਦੇ ਉੱਪਰ ਜੋ ਅਭਿਸ਼ੇਕ ਆ ਉਹਦੇ ਵਿੱਚ ਹੋਰ ਵਾਧਾ ਕਿੱਦਾਂ ਹੋ ਸਕਦਾ, ਸਾਡੀ ਜੋ ਬਾਈਬਲ ਪੜ੍ਹਨ ਦਾ ਸਮੇਂ ਆ ਔਰ ਉਹਦੇ ਵਿੱਚ ਹੋਰ ਵਾਧਾ ਕਿੱਦਾਂ ਹੋ ਸਕਦਾ ਹੈ। ਹਾਲੇਲੂਇਆ। ਔਰ ਪਰਮੇਸ਼ਵਰ ਦੇ ਨਾਲ ਸਾਡੀਆਂ ਨਜ਼ਦੀਕੀਆਂ ਦੇ ਵਿੱਚ ਵਾਧਾ ਕਿੱਦਾਂ ਹੋ ਸਕਦਾ ਕਿ ਅਸੀਂ ਹੋਰ ਖੁਦਾਵੰਦ ਦੇ ਕਰੀਬ ਜਾਈਏ, ਹੋਰ ਖੁਦਾਵੰਦ ਦੇ ਨਜ਼ਦੀਕ ਜਾਈਏ। ਇਹਨਾਂ ਗੱਲਾਂ ਦੇ ਉੱਪਰ ਧਿਆਨ ਦਿੰਦੇ ਹੋਏ, ਗੌਰ ਕਰਦੇ ਹੋਏ, ਸਿੱਖਦੇ ਹੋਏ, ਸਮਝਦੇ ਹੋਏ ਆਪਣੀ ਜ਼ਿੰਦਗੀ ਨੂੰ ਬਹਾਲ ਕਰੀਏ। ਕਿੱਦਾਂ ਅਸੀਂ ਵਾਧਾ ਹੋ ਸਕਦਾ, ਕਿਹੜਾ ਉਹ ਪਰਸਨ ਆ ਜਿਹਦੀ ਜ਼ਿੰਦਗੀ ਦੇ ਵਿੱਚ ਖੁਦਾਵੰਦ ਇਸ ਰੀਤੀ ਦੇ ਨਾਲ ਕਰੇਗਾ। ਦੋ ਪਰਸਨ ਖੁਦਾਵੰਦ ਦੇ ਸਾਹਮਣੇ ਆ ਔਰ ਖੁਦਾਵੰਦ ਕਿਹਦੀ ਜ਼ਿੰਦਗੀ ਦੇ ਵਿੱਚ ਵਾਧਾ ਕਰੇਗਾ, ਉਹਦੀ ਪ੍ਰਾਰਥਨਾ ਦੇ ਵਿੱਚ, ਉਹਦੇ ਮਸਾ ਦੇ ਵਿੱਚ, ਉਹਦੇ ਅਭਿਸ਼ੇਕ ਦੇ ਵਿੱਚ, ਉਹਦੇ ਅੰਦਰ ਜਾਂ ਉਹਦੇ ਉੱਪਰ ਜੋ ਗਿਫਟ ਆ ਖੁਦਾਵੰਦ ਦੇ ਕੋਲੋਂ ਉਹਦੇ ਵਿੱਚ, ਜਾਂ ਜਿਹਦੇ ਕੋਲੋਂ ਕੁਝ ਵੀ ਨਹੀਂ ਆ, ਜਾਂ ਉਹਦੀ ਜ਼ਿੰਦਗੀ ਦੇ ਵਿੱਚ ਖੁਦਾਵੰਦ ਕਿਹਦੀ ਜ਼ਿੰਦਗੀ ਦੇ ਵਿੱਚ ਵਾਧਾ ਕਰੇਗਾ, ਕਿਹਨੂੰ ਤਰੱਕੀ ਬਖਸ਼ੇਗਾ, ਕਿਹਨੂੰ ਜ਼ੋਰ ਬਖਸ਼ੇਗਾ, ਕਿਹਨੂੰ ਤਾਕਤ ਦੇਗਾ, ਕਿਹਨੂੰ ਅੱਗੇ ਵਧਾਏਗਾ ਖੁਦਾ, ਕਿਹਨੂੰ ਹੋਰ ਮਜ਼ਬੂਤ ਕਰੇਗਾ, ਹੋਰ ਸਟਰੋਂਗ ਕਰੇਗਾ, ਜਿਹਨੂੰ ਹੋਰ ਪਾਵਰ ਦੇਗਾ, ਹੋਰ ਸ਼ਕਤੀ ਦੇਗਾ। ਉਹ ਕਿਹੜਾ ਪਰਸਨ ਆ, ਉਹ ਕਿਹੜਾ ਇਨਸਾਨ ਆ ਜਿਹਦੇ ਉੱਪਰ ਪਵਿੱਤਰ ਆਤਮਾ ਵੀ ਔਰ ਖੁਦਾ ਉਹਦੇ ਉੱਪਰ ਵਰਦਾਨਾਂ ਨੂੰ ਵੀ ਘੱਲੇਗਾ। ਜੇ ਅਗਰ ਉਹ ਕਮਜ਼ੋਰ ਵੀ ਪੈ ਜਾਵੇ ਖੁਦਾ ਫਿਰ ਉਹਦੇ ਉੱਪਰ ਹੀ ਕਿਰਪਾ ਕਰੇਗਾ। ਉਹ ਕਿਹੜਾ ਪਰਸਨ ਆ। ਹਾਲੇਲੂਇਆ। ਕਾਸ਼ ਕਿ ਉਹ ਪਰਸਨ ਅਸੀਂ ਹੋਈਏ, ਕਾਸ਼ ਕਿ ਉਹ ਉਸ ਇਨਸਾਨ ਦੀ
ਜ਼ਿੰਦਗੀ ਦੇ ਵਿੱਚ ਅਸੀਂ ਹੋਈਏ ਜਾਂ ਉਹਦੀ ਜਗ੍ਹਾ ਦੇ ਉੱਪਰ ਅਸੀਂ ਹੋਈਏ ਕਿ ਅਸੀਂ ਕਮਜ਼ੋਰ ਵੀ ਪੈ ਗਏ ਹਾਂ, ਫਿਰ ਵੀ ਖੁਦਾ ਸਾਨੂੰ ਬਰਕਤ ਦੇਵੇ। ਅਸੀਂ ਗਿਰ ਗਏ ਹਾਂ, ਖੁਦਾ ਫਿਰ ਤੋਂ ਸਾਨੂੰ ਖੜਾ ਕਰੇ। ਅਸੀਂ ਨਿਰਾਸ਼ਾ ਦੇ ਵਿੱਚ ਚਲੇ ਗਏ ਹਾਂ, ਖੁਦਾ ਫਿਰ ਤੋਂ ਸਾਨੂੰ ਖੜਾ ਕਰੇ ਔਰ ਖੁਸ਼ੀਆਂ ਬਖਸ਼ੇ। ਕਾਸ਼ ਕਿ ਅਸੀਂ ਉਸ ਇਨਸਾਨ ਦੀ ਜਗ੍ਹਾ ਦੇ ਉੱਪਰ ਹੋਈਏ। ਹਾਲੇਲੂਇਆ। ਪਵਿੱਤਰ ਬਾਈਬਲ ਦੇ ਵਿੱਚ 2 ਵਰਸਿਸ ਮੈਂ ਤੁਹਾਨੂੰ ਪੜ੍ਹਾਉਣੀਆਂ ਆ ਔਰ ਉਹਨਾਂ ਦੇ ਉੱਪਰ ਹੀ ਅੱਜ ਅਸੀਂ ਗੌਰ ਫਰਮਾਉਣਾ ਆ। ਅਗਰ ਤੁਹਾਡੇ ਸਾਹਮਣੇ 2 ਬੰਦੇ ਰੱਖੇ ਜਾਣ, ਉਦਾਹਰਨ ਦੇ ਤੌਰ ਤੇ ਇੱਕ ਇਸ ਸਾਈਡ ਦੇ ਉੱਪਰ, ਇੱਕ ਇਸ ਸਾਈਡ ਦੇ ਉੱਪਰ, ਇਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਆ, ਬਾਈਬਲ ਆ, ਵਚਨ ਆ, ਫਾਸਟਿੰਗ ਆ, ਖੁਦਾਵੰਦ ਦੇ ਨਾਲ ਬਹੁਤ ਅੱਛਾ ਰਿਸ਼ਤਾ ਆ, ਪਰ ਫਿਰ ਵੀ ਇਹ ਡਿੱਗਦਾ। ਔਰ ਇਹ ਵਾਲਾ ਬੰਦਾ ਇੱਕ ਨਾਮ ਦਾ ਕ੍ਰਿਸਚਨ ਆ, ਨਾ ਉਹਦੀ ਜ਼ਿੰਦਗੀ ਚ ਪ੍ਰੇਰ ਆ, ਨਾ ਉਹਦੇ ਕੋਲੋਂ ਮਾਸਾ, ਨਾ ਅਭਿਸ਼ੇਕ ਆ, ਨਾ ਕੋਈ ਗਿਫਟ ਆ, ਨਾ ਖੁਦਾਵੰਦ ਦੇ ਨਾਲ ਪਿਆਰ ਆ, ਖਾਲੀ ਆ। ਔਰ ਆ ਬੰਦਾ ਭਰਿਆ ਹੋਇਆ ਇੱਧਰ ਵਾਲਾ, ਇਹਦੇ ਕੋਲ ਪ੍ਰੇਅਰ ਵੀ ਆ, ਪ੍ਰਾਰਥਨਾ ਵੀ ਆ, ਬਾਈਬਲ ਵੀ ਆ, ਫਾਸਟਿੰਗ ਵੀ ਆ, ਖੁਦਾਵੰਦ ਦੇ ਨਾਲ ਅੱਛਾ ਸੰਬੰਧ ਵੀ ਆ, ਲੇਕਿਨ ਇਹ ਫਿਰ ਵੀ ਗਿਰਦਾ, ਕਮਜ਼ੋਰ ਪੈਂਦਾ। ਕਿਉਂਕਿ ਆ ਤਾਂ ਆਲਰੇਡੀ ਸ਼ੈਤਾਨ ਦੇ ਕੰਮ ਕਰਦਾ, ਇਹਨੇ ਕਿਉਂ ਡਿੱਗਣਾ, ਤਾਂ ਆਲਰੇਡੀ ਡਿੱਗ ਗਿਆ, ਫਿਰ ਤਾਂ ਇਹਦੇ ਤੇ ਸਿਰਫ ਮੋਹਰ ਲੱਗੀ ਆ ਕਿ ਇਹ ਕ੍ਰਿਸਚਨ ਆ। ਔਰ ਇੱਕ ਬੰਦਾ ਜਿਹੜਾ ਚੱਲ ਰਿਹਾ ਖੁਦਾਵੰਦ ਦੇ ਵਿੱਚ ਅੱਛੇ ਰੀਤੀ ਦੇ ਨਾਲ, ਉਹ ਕਿਤੇ ਕਿਤੇ ਡਿੱਗ ਰਿਹਾ, ਕਿਤੇ ਕਿਤੇ ਕਮਜ਼ੋਰ ਪੈ ਰਿਹਾ। ਔਰ ਆ ਖਾਲੀ ਆ ਥੋੜਾ ਬਹੁਤਾ ਭਰਿਆ ਪਿਆ, ਜਾਂ ਇਹਦੇ ਕੋਲ ਥੋੜਾ ਬਹੁਤਾ ਕੁਝ ਹੈਗਾ ਆ। ਔਰ ਮੇਰਾ ਸਵਾਲ ਤੁਹਾਡੇ ਲਈ ਇਹ ਹੈ ਕਿ ਖੁਦਾਵੰਦ ਅਗਰ ਉਤਰੇ ਬਰਕਤ ਦੇਣ ਦੇ ਲਈ ਦੋਨਾਂ ਦੇ ਵਿੱਚੋਂ ਕਿਹਨੂੰ ਦੇਗਾ? ਆ ਭਰਿਆ ਪਿਆ, ਆ ਖਾਲੀ ਆ, ਖੁਦਾਵੰਦ ਕਿਹਨੂੰ ਬਰਕਤ ਦਊਗਾ? ਮੈਨੂੰ ਲੱਗਦਾ ਕਿ 99% ਲੋਕ ਇਹੀ ਕਹਿਣਗੇ ਕਿ ਜਿਹੜੇ ਕੋਲ ਨਹੀਂ ਹੈਗਾ ਉਹਨੂੰ ਖੁਦਾ ਬਰਕਤ ਦੇਗਾ, ਜਿਹੜਾ ਖਾਲੀ ਆ, ਕਿਉਂਕਿ ਇਹਦੇ ਕੋਲ ਤਾਂ ਆਲਰੇਡੀ ਹੈਗਾ ਆ। ਕਿ ਖੁਦਾਵੰਦ ਨੂੰ ਇਹਦੇ ਉੱਪਰ ਕਿਰਪਾ ਕਰਨੀ ਚਾਹੀਦੀ ਹੈ, ਕਿਉਂਕਿ ਇਹ ਡਿੱਗਿਆ ਹੋਇਆ, ਇਹਦੇ ਕੋਲੋਂ ਨਾ ਪ੍ਰੇ ਟਾਈਮ, ਨਾ ਬਾਈਬਲ ਆ, ਨਾ ਇਹਦੇ ਕੋਲੋਂ ਮਸਾ, ਨਾ ਅਭਿਸ਼ੇਕ, ਨਾ ਪਵਿੱਤਰ ਆਤਮਾ। ਖੁਦਾ ਇਹਦੇ ਤੇ ਕਿਰਪਾ ਕਰੇਗਾ। 99% ਲੋਕਾਂ ਦੀ ਸੋਚ ਜਿਹੜੀ ਆ ਇੱਥੇ ਅਟਕੀ ਪਈ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਖੁਦਾਵੰਦ ਇਸ ਬੰਦੇ ਦੇ ਉੱਪਰ ਕਿਰਪਾ ਕਰੇਗਾ। ਜਿਹੜਾ ਖਾਲੀ ਆ ਉਹਦੇ ਤੇ ਕਿਰਪਾ ਨਹੀਂ ਕਰੇਗਾ। ਖੁਦਾਵੰਦ ਉਸ ਵਿਅਕਤੀ ਦੇ ਉੱਪਰ ਕਿਰਪਾ ਕਰੇਗਾ ਜਿਹਦੇ ਜੀਵਨ 'ਚ ਥੋੜੀ ਬਹੁਤੀ ਪ੍ਰਾਰਥਨਾ ਆ, ਥੋੜਾ ਬਹੁਤਾ ਵਚਨ ਆ, ਥੋੜੀ ਬਹੁਤੀ ਸੰਗਤੀ ਆ, ਥੋੜਾ ਬਹੁਤਾ ਡਰ ਆ ਖੁਦਾਵੰਦ ਦਾ, ਥੋੜਾ ਬਹੁਤਾ ਪਿਆਰ ਆ ਖੁਦਾਵੰਦ ਦੇ ਨਾਲ, ਜੋ ਬਾਈਬਲ ਪੜ੍ਹ ਰਿਹਾ, ਪ੍ਰਾਰਥਨਾ ਕਰ ਰਿਹਾ, ਡਿੱਗਦਾ ਹੋਇਆ ਵੀ ਫਿਰ ਤੋਂ ਖੜਦਾ ਆ, ਫਿਰ ਡਿੱਗਦਾ ਆ, ਫਿਰ ਖੜਦਾ ਆ। ਖੁਦਾਵੰਦ ਉਸ ਪ੍ਰਾਣੀ ਦੇ ਉੱਪਰ ਕਿਰਪਾ ਕਰੇਗਾ, ਉਸ ਵਿਅਕਤੀ ਦੇ ਉੱਪਰ ਕਿਰਪਾ ਕਰੇਗਾ, ਨਾ ਕਿ ਜਿਹੜਾ ਖਾਲੀ ਆ ਉਹਦੇ ਉੱਪਰ। ਕਿਉਂਕਿ 99% ਜਿਹੜੇ ਲੋਕ ਆ ਉਹ ਇਸੇ ਗੱਲ ਦੇ ਉੱਪਰ ਗੌਰ ਕਰਨਗੇ ਕਿ ਨਹੀਂ ਇਹਦੇ ਕੋਲ ਤਾਂ ਹੈਗਾ ਆ, ਔਰ ਜਿਹਦੇ ਕੋਲ ਨਹੀਂ ਆ ਖੁਦਾਵੰਦ ਉਹਨੂੰ ਦਊਗਾ, ਉਹਨੂੰ ਤਾਂ ਮਿਲ ਗਿਆ ਆ, ਔਰ ਇਹਨੂੰ ਨਹੀਂ ਮਿਲਿਆ ਆ, ਉਹ ਖੁਦਾਵੰਦ ਇਹਦੇ ਤੇ ਕਿਰਪਾ ਕਰੇਗਾ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਖੁਦਾਵੰਦ ਇਹਨੂੰ ਦੇਗਾ। ਕਿੱਦਾਂ ਦੇਗਾ? ਤੁਹਾਨੂੰ ਬਾਈਬਲ ਦੇ ਵਿੱਚੋਂ ਮੈਂ ਸਪਸ਼ਟੀਕਰਨ ਕਰਦਾ ਆ ਕਿ ਬਾਈਬਲ ਕਿੱਦਾਂ ਕਹਿੰਦਾ, ਕੀ ਕਰਨ ਦੇ ਲਈ ਕਹਿੰਦਾ। ਖੁਦਾਵੰਦ ਨੇ ਸਾਡੇ ਤੇ ਕਿਰਪਾ ਕੀਤੀ। ਕਿੰਨੇ ਸਾਲ ਹੋ ਗਏ? 2 ਮਹੀਨੇ ਹੋ ਗਏ, 6 ਮਹੀਨੇ ਹੋ ਗਏ, ਸਾਲ ਹੋ ਗਿਆ, 2 ਸਾਲ, 5 ਸਾਲ, 7 ਸਾਲ, 10 ਸਾਲ ਹੋ ਗਏ ਸਾਨੂੰ ਮਸੀਹ ਦੇ ਵਿੱਚ ਆਇਆ ਨੂੰ। ਅਸੀਂ ਕੀ ਕੀਤਾ? ਖੁਦਾਵੰਦ ਨੇ ਸਾਨੂੰ ਕੀ ਕਰਨ ਦੇ ਲਈ ਕਿਹਾ? ਉਹ ਕਹਿੰਦਾ ਪ੍ਰਾਰਥਨਾ ਕਰਨਾ, ਆਤਮਿਕ ਜ਼ਿੰਦਗੀ ਦੇ ਵਿੱਚ ਹੁੰਦਿਆਂ ਹੋਇਆਂ ਸਰੀਰਕ ਕੰਮਾਂ ਦੇ ਨਾਲ ਲੜਾਈ ਕਰਨੀ, ਬਾਈਬਲ ਪੜ੍ਹਨਾ, ਪ੍ਰਾਰਥਨਾ ਕਰਨਾ, ਰੋਜ਼ੇ ਰੱਖਣਾ, ਖੁਦਾਵੰਦ ਦੇ ਦਾਸਾਂ ਦੀ ਆਗਿਆਕਾਰੀ ਦੇ ਵਿੱਚ ਰਹਿਣਾ, ਖੁਦਾਵੰਦ ਦੇ ਵਚਨਾਂ ਨੂੰ ਪੂਰਾ ਕਰਨਾ। ਇਹ ਕੰਮ ਜਿਹੜੇ ਖੁਦਾਵੰਦ ਨੇ ਸਾਨੂੰ ਸੌਂਪ ਦਿੱਤੇ, ਔਰ ਅਸੀਂ ਇਹ ਕਰਦੇ ਰਹਿਣਾ ਜਦ ਤੱਕ ਯਿਸੂ ਮਸੀਹ ਨਾ ਆ ਜਾਣ। ਹਾਲੇਲੂਇਆ। ਸਾਡੀ ਪ੍ਰਾਰਥਨਾ ਦੇ ਵਿੱਚ ਵਾਧਾ ਹੋਏਗਾ, ਸਾਡੇ ਪ੍ਰੇਅਰ ਲਾਈਫ ਦੇ ਵਿੱਚ ਔਰ ਵਚਨ ਪੜ੍ਹਨ ਦੇ ਵਿੱਚ, ਬਾਈਬਲ ਰੀਡਿੰਗ ਕਰਨ ਦੇ ਵਿੱਚ ਵਾਧਾ ਹੋਏਗਾ। ਖੁਦਾਵੰਦ ਦੇ ਨਾਲ ਸਾਡੀ ਕਰੀਬੀ ਦੇ ਨਜ਼ਦੀਕੀ ਦੇ ਵਿੱਚ ਵਾਧਾ ਹੋਏਗਾ। ਖੁਦਾਵੰਦ ਨੂੰ ਅਸੀਂ ਹੋਰ ਅੱਛੀ ਰੀਤੀ ਦੇ ਨਾਲ ਜਾਣ ਸਕਦੇ ਹਾਂ, ਹੋਰ ਗਿਆਨ ਲੈ ਸਕਦੇ ਹਾਂ। ਕਦੋਂ? ਜਦੋਂ ਅਸੀਂ ਇਸ ਗੱਲ ਨੂੰ ਬੜੀ ਬਖੂਬੀ ਸਮਝ ਲਿਆ, ਜਾਣ ਲਿਆ ਕਿ ਅਸੀਂ ਧਰਤੀ ਦੇ ਉੱਪਰ ਕੀ ਕਰਨ ਦੇ ਲਈ ਆਏ, ਔਰ ਖੁਦਾਵੰਦ ਨੇ ਸਾਨੂੰ ਕੀ ਕੰਮ ਕਰਨ ਦੇ ਲਈ ਕਿਹਾ। ਖੁਦਾਵੰਦ ਨੇ ਸਾਨੂੰ ਨਸ਼ੇ ਕਰਨ ਦੇ ਲਈ ਨਹੀਂ ਕਿਹਾ, ਚੁਗਲੀਆਂ ਕਰਨ ਦੇ ਲਈ ਨਹੀਂ ਕਿਹਾ, ਹਾਸਾ ਠੱਠਾ ਕਰਨ ਦੇ ਲਈ ਨਹੀਂ ਕਿਹਾ, ਚੋਰੀ ਠੱਗੀ ਕਰਨ ਦੇ ਲਈ ਨਹੀਂ ਕਿਹਾ। ਖੁਦਾਵੰਦ ਨੇ ਸਾਨੂੰ ਪ੍ਰਾਰਥਨਾ ਕਰਨ ਦੇ ਲਈ ਕਿਹਾ, ਬਾਈਬਲ ਪੜ੍ਹਨ ਦੇ ਲਈ ਕਿਹਾ, ਸੰਗਤੀ, ਆਤਮਿਕ ਸੰਗਤੀ ਕਰਨ ਦੇ ਲਈ ਕਿਹਾ, ਰੋਜ਼ੇ ਰੱਖਣ ਦੇ ਲਈ ਕਿਹਾ, ਆਪਣੇ ਬੰਧਨਾਂ ਨੂੰ ਤੋੜਨ ਦੇ ਲਈ ਕਿਹਾ, ਦੂਸਰਿਆਂ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਕਿਹਾ, ਬਿਮਾਰਾਂ ਦੇ ਲਈ, ਪਰੇਸ਼ਾਨ ਲੋਕਾਂ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਕਿਹਾ, ਡਿੱਗੇ ਹੋਇਆਂ ਨੂੰ ਹੱਥ ਫੜ ਕੇ ਉਹਨਾਂ ਦਾ ਉਠਾਉਣ ਦੇ ਲਈ ਕਿਹਾ। ਇਹ ਖੁਦਾਵੰਦ ਨੇ ਸਾਨੂੰ ਕਿਹਾ, ਔਰ ਇਹ ਸਾਡਾ ਕੰਮ ਆ ਮਸੀਹ ਦੇ ਵਿੱਚ, ਇਹ ਸਾਡਾ ਕੰਮ ਆ। ਔਰ ਬਾਈਬਲ ਕੀ ਕਹਿੰਦਾ ਹੈ ਕਿ ਜਿਹਨੂੰ ਜਿਹਦਾ ਕੰਮ ਸੌਂਪਿਆ ਗਿਆ, ਅਗਰ ਉਹ ਕਰਦਾ ਰਹੇਗਾ ਤਾਂ ਅੱਛੀ ਗੱਲ ਆ, ਉਹਨੂੰ ਬਰਕਤ ਮਿਲੇਗੀ। ਔਰ ਜਿਹੜਾ ਕੰਮ ਆਪਣਾ ਕੰਮ ਜਿਹੜਾ ਅੱਛੇ ਰੀਤੀ ਦੇ ਨਾਲ ਨਹੀਂ ਕਰਦਾ, ਉਹਦੇ ਉੱਪਰ ਸਜ਼ਾ ਦਾ ਹੁਕਮ ਹੋਏਗਾ। ਔਰ ਕਿੱਦਾਂ ਹੋਏਗਾ? ਮੈਂ ਬਾਈਬਲ ਦੇ ਵਿੱਚੋਂ ਤੁਹਾਨੂੰ ਸਾਬਿਤ ਕਰਦਾ। ਮੈਂ ਫਿਰ ਤੋਂ ਤੁਹਾਨੂੰ ਦੁਹਰਾਉਂਦਾ, ਇੱਕ ਬੰਦਾ ਖਾਲੀ ਆ ਔਰ ਇੱਕ ਭਰਿਆ ਪਿਆ। ਖੁਦਾਵੰਦ ਕਿਹਨੂੰ ਬਰਕਤ ਦੇਗਾ? ਜਿਹੜਾ ਭਰਿਆ ਪਿਆ।
खाली नूं कुछ नहीं करेगा, छेड़ेगा भी नहीं। क्यों? बाइबल दे विच मैं तुहानूं साबित करदा, बाइबल 'च एक थां दे उत्ते लिखिया गया, क्योंकि उस समय भी लोगों दी यही सोचां सीगियां कि नहीं नहीं उन्होंने दिओ जिहदे कोल नहीं हैगा, उहदे कोल तां ऑलरेडी हैगा, उन्होंने तुसीं क्यों दे रहे हैं? फिर बाइबल 'च लिखिया कहंदे जिहदे कोल हैगा उहनूं होर दिता जाना, और जिहदे कोल है नहीं उहदे कोल जो कुछ हैगा वो भी खोह लिया जाना है, ले लिया जाना, छिन लिया जाना उहदे कोलों। और तुसीं देखो असीं किस कैटागरी दे विच आंदे हां, जो साडे कोल हैगा असीं उहदे विच वाधा कर रहे हैं, या असीं बिल्कुल ही खाली होके बैठे पे माड़ा मोटा साडे कोल, और उहनूं भी वधाउण दी कोशिश नहीं करदे, उहनूं भी तराशण दी कोशिश नहीं करदे। अगर इस रीति दे नाल करदे पे साडे कोल जो कुछ हैगा वो भी खोह लिया जाना। कई बार तुसीं इदां दे लोकां नूं देखिया होएगा बड़ी नज़दीकी तो, ਜਿਹੜੇ ਪਹਿਲਾਂ बहुत प्रार्थना करते सी, बहुत बाइबल पढ़ते सी, बहुत खुदावंद नूं प्यार करने वाले सीगे, अज वो पाप दे विच गिरे होए, अज वो संसारक कामां दे विच गिरे होए, अज वो गालां भी कढदे आ, बुरा भी बोलदे आ, गलत विचार भी रखदे आ, सोच जिहड़ी आ बिल्कुल खराब हो चुकी है, नैगेटिविटी दे नाल भर चुके आ। क्यों? क्योंकि उन्हां दे कोल जो सीगा उहदी कदर नहीं कीती, उहदे विच वाधा नहीं कीता, और जिन्ना उन्हां दे कोल सीगा उहदे विच वाधा ना करन दे कारण उन्हां दे कोल जो सीगा खो लिया गया। अज वो खाली आ तां ही गालां कढदे आ, अज वो खाली आ तां ही बुरा देखदे आ, तां ही बुरा बोलदे, तां ही बुरा करदे, तां ही बुरे विचार ने। हालेलुया। उम्मीद करदा तुसीं समझ पा रहे, क्योंकि जो खुदावन ने तुहानूं दिता ना उहदे विच असीं वाधा करना आ, तां वो साडे कोलों रहना और वो वधना है। हालेलुया। जो खुदावन ने सानूं दे दिता ना उहदे विच अगर असीं हिलजुल नहीं करांगे, वाधा नहीं करांगे, असीं खुद ਉਹਦੇ प्रति जिम्मेवारी दे नाल ਉਹਦੀ केयर नहीं करांगे ते साडे कोलों खो लिया जाना फिर। हालेलुया। खुदावन ने अगर तुहानूं क्रिश्चियन लाइफ दित्ती है ते तुसीं ਇਹਦੇ ਵਿੱਚ वाधा करना, प्रेयर लाइफ दित्ती है तुहानूं ਉਹਦੇ ਵਿੱਚ वाधा करना है, किसी होर ने नहीं करना, असीं खुद करना है। हालेलुया। संसारिक संगति छड्ड के असीं आत्मक संगति दे विच वाधा करना, किसी होर ने नहीं करना, असीं करना, क्योंकि बाइबल कहंदा जिहड़ा बंदा आत्मा दी अगुवाई दे नाल चलदा शरीर दे संसार दे विषयां नूं कदी भी पूरा नहीं करदा। हालेलुया। शरीर कहंदा गप्पा मारन दे लई, ठगी करन दे लई, लालच करन दे लई, बुरा देखण दे लई, बुरा करन दे लई कहंदा है, पर जिहड़ा आत्मा दी अगुवाई दे नाल चलदा ओह इदां दे विचार कदी भी अपने मन च आउण ही नहीं दिंदा, और जिहड़ा आउण नहीं दिंदा ओहदे उपर जिहड़ा अभिषेक है ओहदे विच वाधा हुंदा। और जिहड़ा अपने मन दे विच इदां दे विचार ले आंदा और अपने मसा दी कदर नहीं करदा, अपने अभिषेक दी कदर नहीं करदा, अपने उपर जिहड़ी होई किरपा ओहदी कदर नहीं करदा, एक दिन ओहदे कोलों सारा कुछ खोया जांदा और वो खाली कर दिता जांदा। हालेलुया। उम्मीद करदा तुसीं समझ पा रहे हैं। याद रखना वचन दे विच की लिखिया, मैं दो ही तुहानूं रैफरेंस देने हैं, और जदों तुसीं मेरे नाल ओपन करना अपना अपना बाइबल संत लूका दा अंजील, अज दे वचन का टाइटल है प्रार्थना च वाधा, वचन च वाधा, परमेश्वर दे नाल नज़दीकी दे विच वाधा। किदां हो सकदा? जो कुछ साडे कोलों हैगा ओहदी कदर करनी और ओहदे विच वाधा करन दी कोशिश करनी, तां होर अभिषेक मिलेगा। अगर खुदा दे नाल नज़दीकियां वधा रहे हैं तो वो होर अभिषेक सानूं देगा कि असीं होर नज़दीक चले जाइए। जे असीं प्रार्थना कर रहे हैं, अज साडी 15 मिनट की प्रार्थना असीं उहनूं 20 कर रहे हैं, 25 मिनट कर रहे हैं, 30 मिनट कर रहे हैं, मतलब असीं उहनूं इनक्रीज कर रहे हैं, उहदे च वाधा कर रहे हैं, और खुदा सानूं बल देगा उहदे विच होर वाधा करन दे लई। बोलो हालेलुया। कहंदे जिहदे कोलों हैगा उहनूं होर दिता जाएगा। अगर असीं अपनी प्रेयर लाइफ दे विच या असीं बाइबल पढ़ रीडिंग दे विच वाधा करन दी कोशिश करदे, अज 2 चैप्टर आ, कल 5 चैप्टर आ, परसों 7 चैप्टर आ, और बाइबल नूं प्यार करदे आ, लगन दे नाल पढ़दे आ, समझ के पढ़दे आ, ते बाइबल कहंदा आ कि खुदा साडे उस मसा दे विच वाधा करेगा। बोलो हालेलुया। जिहड़ा स्टेबल ही हो गया, जिन्हों कुछ आस नहीं आ, जिन्हें इदां दा सोच ही लिया कि मैं बस हुण कुछ नहीं करना, ना मैं प्रार्थना करनी, मैनूं खुदा ने दिता की आ। कई लोगों दी इदां दीयां सोचां जदों शैतान दे हवाले कर दिते जांदे आ। हालेलुया। तुसीं अगर बाइबल नूं पढ़ो ते शैतान, यीशु मसीह ने कहा पतरस कहंदे शैतान ने तैनूं मेतों मंगिया आ। हालेलुया। इट मीनस कि अगर अज असीं खुदावंद दे कोल आ, खुदावंद दी नज़दीकी च, ते खुदा दे बहुत वड्डी दया दी बदौलत आ, क्योंकि अज भी शैतान मंगदा आ सानूं, वो भी जवानां नूं मंगदा और खुदा भी जवानां नूं मंगदा है, पर खुदावंद दी किड्डी वड्डी दया दी बदौलत अज असीं संभाले गए हैं, सुधारे गए हैं, बचाए गए हैं, और खुदा सानूं शैतान दे हत्थां चों नहीं दिंदा, वो बचाउंदा सानूं, संभालदा है, अज भी साडी बंद बुद्ध नूं खोलदा है। हालेलुया। उम्मीद करदा तुहानूं समझ आ रही है। और
संत लूका दा अंजील मेरे नाल ओपन करिए अपना अपना बाइबल, ओदा 12 नंबर अध्याय। संत लूका दा अंजील ओदा 12 नंबर अध्याय। संत लूका दा अंजील ओदा 12 नंबर अध्याय ओदा 41 नंबर पंक्ति तो मैं पढ़ना, तुसी बड़े ध्यान दे नाल सुनना, फिर तुहानूं वचन समझ आना है कि मैं की समझाउण दी कोशिश करदा, पवित्र आत्मा सानूं की सिखाउण दी कोशिश करदा और साडी जिंदगी च कितना वड्डा बदलाव करन दी कोशिश करदा। किस व्यक्ति नूं बरकत मिलदी, किस व्यक्ति नूं आशीष मिलदी, किस व्यक्ति दे मसा दे विच वाधा हुंदा। तुसीं देखिया होना जिहड़ा बंदा गैर भाषा दे विच प्रार्थना करदा, दिन प्रति दिन उहदी गैर भाषा दे शब्द जिहड़े आ वधदे जांदे, इनक्रीज हुंदे जांदे आ। क्यों? क्योंकि उहनूं वधाउण दी कोशिश करदा, क्योंकि वो प्रार्थना ज्यादा करदा, ज्यादा प्रार्थना करन दे नाल ज्यादा पावर उहदे अंदर आंदी आ। हालेलुया। ज्यादा अभिषेक उहदे उपर आउंदा है और फिर उहदे शब्द वधदे आ। जिहदे कोल हैगा उहनूं होर दिता जाना है। बोलो आमीन। हालेलुया। मैं उम्मीद करदा जो तुहाडे कोल हैगा अज तो बाद तुसीं उहदी कदर करन वाले होवोगे। अज तो बाद यीशु मसीह दे नाम च तुसीं उहदे विच वाधा करन वाले होवोगे। आमीन। हालेलुया। हनूक ने कहा, हनूक ही एक धार्मिक बंदा सीगा जिहड़ा आकाश दे विच सीधा ही उठाया गया और एलिया उठाया गया और यीशु मसीह उठाए गए। हालेलुया। अज साडा जीवन भी खुदाबंद दे नाल इस रीति दे नाल होना चाहिए कि अज बारी साडी आ, असीं भी दे उठाए जाना बदलां दे उपर। बोलो आमीन। हालेलुया। पर जीवन साडा सैट होना चाहिए, साडा फाइनांस साडा सैट होना चाहिए, साडा अभिषेक सैट होना चाहिए। हालेलुया। साडी प्रेयर लाइफ सैट होनी चाहिए, साडा बाइबल रीडिंग, बाइबल दे पेज खोलने साडे सैट होने चाहिए। हालेलुया। साडी अभिषेक दे विच वाधा होना चाहिए, क्योंकि जिहदे कोल हैगा उहनूं होर मिलना और जिहदे कोल कुछ नहीं है, माड़ा मोटा हैगा, वो भी खोलिया जाना है। याद रखना। हालेलुया। बाइबल च याबेज नाम दा एक बंदा जिन्हें प्रार्थना की, सिर्फ एक प्रार्थना की, 5-7 लाइनां दा जिक्र पूरी बाइबल दे विच उस व्यक्ति दा। धार्मिक बंदा सीगा, कहंदा खुदा मेरियां हद्दां दे विच वाधा कर। बोलो आमीन। हालेलुया। क्योंकि जिहदे कोल हैगा उहनूं दिता जाना है। तुसीं कह सकदे आ, तुसीं प्रार्थना कर सकदे आ, परमेश्वर मेरे प्रेयर लाइफ दे विच वाधा कर, मेरे 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 बाइबल रीडिंग दे विच वाधा कर, मेरे ऊपर जो अभिषेक है उस च वाधा कर, मेरे चाल चलन जो पवित्र है उहदे विच वाधा कर, मेरी ईमानदारी च वाधा कर, मेरा पवित्र देखण सुनन बोलण दे विच वाधा कर। हालेलुया। मेरी आत्मक संगति दे विच वाधा कर, मैं तुहाडे नाल होर समय बितावां, मेरी जिंदगी दे विच प्रार्थना दे समय दे विच होर वाधा कर दिओ। और डेफिनेटली करेगा। क्यों? क्योंकि जिहदे कोल हैगा उहनूं होर दिता जाएगा। और जिहड़ा प्रार्थना कर ही नहीं रहा इस परपस दे लई, इस मैटर दे लई, उहनूं किद्दां मिल जाएगा? ऑलरेडी खाली है। हालेलुया। जिहड़ा बंदा कदर करदा उही वधाउण दी कोशिश करदा। अज बिजनेस जिहड़ा बिजनेसमैन उहनूं पुछ लो, वो अपने बिजनेस च वाधा करन दी कोशिश करदा। हालेलुया। और जे वो खुदावंद दे डर ते प्यार दे विच आ ते डेफिनेटली खुदावंद दे बिजनेस च भी वाधा करेगा। बोलो आमीन। हालेलुया। तुसीं कह सकदे प्रभु मेरे परिवार दे विच वाधा कर, मेरे परिवार दे स्पिरिचुअल लाइफ दे विच वाधा कर, मेरे माता पिता दे स्पिरिचुअल लाइफ च वाधा कर। और डेफिनेटली करेगा, और डेफिनेटली करेगा, क्योंकि जिहदे कोल हैगा उहनूं दिता जाना है और जिहदे कोल नहीं है, माड़ा मोटा हैगा, उह तो खोलिया जाना वो भी, और बिल्कुल ही उन्होंने कंगाल कर दिता जाना, खाली कर दिता जाना। तुसीं देखिया होएगा पहला उच्च कोटि की प्रार्थना सीगी, अज जीरो आ प्रार्थना। पहला उच्च कोटि का बाइबल रीडिंग सीगा, बाइबल का प्रचार सीगा, अज जीरो आ। क्यों? क्योंकि कदर नहीं की, अभिषेक दे विच वाधा नहीं किया, मंगिया नहीं खुदा बंदे कोलों, क्योंकि जिहदे कोलों हैगा वो मंगदा, उहदे च वाधा किया जाता है। वाधा उसी व्यक्ति का हुंदा जिहड़ा मेहनत करता है। हालेलुया। मैं तुहानूं बाइबल दे विचों रेफरेंस देना, सुनो मेरे बड़े ध्यान दे नाल। लूका दा अंजील ओदा 12 नंबर अध्याय ओदा 41 नंबर पंक्ति तो कंटिन्यू करना है। मैं अच्छी रीति दे नाल तुहानूं समझाउण दी कोशिश करदा। कहंदे तद पतरस ने कहा, यीशु मसीह ने कहा, कहंदे प्रभु जी ये जिहड़ा तुसीं उदाहरण दे रहे हैं सानूं, ये सानूं दे रहे हैं कि सारियां नूं दे रहे हैं? कहंदे प्रभु जी ने अगों आख्या, ओ मातवर अते बुद्धवान मुखतियार कौन है ਜਿਹਨੂੰ मालक अपने नौकरां चाकरां उत्ते ठहरावे भई वेले सिर उन्हां नूं रस्त देवे। और लिखिया धन ओ नौकर ਜਿਹਨੂੰ ਉਹਦਾ मालक जद आवे अजिहा ही कर देवे। बोलो हालेलुया। खुदावंद तुहानूं काम दे के गया और जदों आवे असीं उदां ही ਉਹਨੂੰ काम करदे मिलिए, जो अज ਉਹ ਸਾਨੂੰ सिखा रहा। अज ਉਹਦਾ पवित्र आत्मा सानूं गाइड करदा है
किसी नाल गल्लां भी करदा है, किसी नूं दर्शनां दे द्वारा, किसी नूं बाइबल के भेतां के द्वारा, किसी नूं किसी दे द्वारा, किसी नूं कन्नां दे विच आवाज़ के द्वारा, किसी दे दिल दे विच आवाज़ के द्वारा, दिल दे विच उहदे आ जांदा है खुदाबंद दे वल्लों। इस रीति दे नाल ओह काम सानूं बख्शदा है। कहंदे जद ओहदा मालक आवे ते नौकर नूं उदां ही काम करदे वेखे ते किन्नी खुशी दी गल आ मालक दे लई। हालेलुया। कहंदे किहड़ा मातबर मुख्तियार, किहड़ा कहंदे मातबर और बुद्धवान मुख्तियार किहड़ा आ जिहनूं ओहदा मालक नौकरा चाकरा उत्ते ठहरावे और वेले सिर भी उन्हां नूं रस्त देवे। और लिखिया कहंदे तानो नौकर जिहनूं ओहदा मालक जद आवे अजिहा ही करदियां वेखे। मैं तुहानूं सच आखदा हां जो ओह उसनूं अपने सारे माल मतां उत्ते मुख्तियार कर देवेगा। बोलो हालेलुया, हालेलुया। अज साडे कोल थोड़ा आ पर अज असीं लगे पे आ, एक दिन ओह सानूं कंप्लीट कर देगा। बोलो आमीन, हालेलुया। एक दिन सानूं भरपूर कर देगा। कहंदा जे कोई प्यासा मेरे कोल आवे, कहंदा डुलना शुरू हो जाएगा, ओवरफ्लो कर देगा, वो ओवर दे देगा। कहंदा तुसीं मैनूं दे के फिर परख के देखो, मैं आकाश दे झरोखे तुहाडे लई खोल दवांगा और तुहानूं इन्नी बरकत दवांगा तुहाडे कोल रखण नूं थां ना होवेगा। बोलो आमीन, हालेलुया। कहंदे जेड़ा केड़ा वो मातबर नौकर है कि जद ओहदा मालक आवे, जो जिम्मेवारी ओनू बख्श के गया, जो जिम्मेवारी ओनू सिखा के गया कि तू आ काम करना आ, और ओनू आवे और ओनू उदां ही करदा वेखे, तां कहंदे कि ओनू सारे माल मते दे उत्ते मुख्तियार नहीं कर देवेगा, डेफिनेटली कर देगा। क्यों? क्योंकि ओहदा मालक ओ तो प्रसन्न होया कि जो ओनू काम दे के गया, जो दी ड्यूटी लगा के गया, ओने बखूबी ओहदे उपर जिम्मेवारी दे नाल काम कीता। अज खुदा ने सानू मसा दिता, अज खुदा ने सानू अभिषेक दिता, अज खुदा ने सानू चुन लिया, अपने पुत्र तियां होण दा हक दिता, सानू प्रार्थना करना सिखाया, सानू किसी ने नहीं सिखाया, सानू पवित्र आत्मा ने सिखाया, सानू बाइबल पढ़ना सिखाया, सानू बाइबल नू समझना सिखाया, बाइबल दे अनुसार चलना सिखाया। और अज असी ओही काम कर रहे हैं जो खुदावन ने सानू करन दे लई कहा। कि साडी रूटीन दे विच बाइबल, कि साडी रूटीन दे विच प्रार्थना, कि साडा रूटीन दे विच फास्टिंग, कि साडी रूटीन दे विच आत्मक लोकां दे नाल इकट्ठे होण दी संगति है। ये सारियां चीज़ां बहुत जरूरी है। बाइबल पढ़ना जिन्ना जरूरी है, प्रार्थना करना जिन्ना जरूरी है, चर्च आना जिन्ना जरूरी है, उस तो वध के आत्मक लोकां दे नाल संगति करना भी बहुत जरूरी है। हालेलुया। आत्मक लोकां दे नाल संगति करन दा मतलब ये नहीं कि इकट्ठे होके हाँ 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 ही करना शुरू कर दिओ, नहीं। आत्मक लोकां दे नाल इकट्ठे होके प्रार्थना करना। पौल कहंदा इकट्ठे होना ना छड्डो, कहंदा तुहानूं लगदा कोई कमजोरां नूं अपनी संगति दे विच रला लो, हालेलुया, वो बचाया जाएगा। साडी जिम्मेवारी है। अज खुदा ने सानू काम बख्शिया है कि असीं प्रचार करिए ओहदा, लोगां नूं बचाइए जिहड़े पाप दे विच ने, नशे दे विच ने, गलत कामां दे विच ने, विचार दे विच ने, बुरी संगति दे विच ने, बुरे ख्यालां दे विच ने, उहनां नूं असीं छुड़ा के खुदावंद दे कोल लैके आइए, सुधारिए उहनां नूं। ये सानू काम दिता है खुदा ने। और बाइबल कहंदा जद इन्हां दा मालक आवे और उन्हां नूं ओही काम करदे देखे ते सारे माल मते दे उपर उन्हां नूं मुख्तियार कर देगा। बोलो आमीन, हालेलुया। अज असीं अपने काम नूं बखूबी करना, प्रेयर करनी, बाइबल पढ़नी, आत्मक संगति करनी, रेगुलरिटी चर्च रखना, चर्च दे नाल रेगुलरिटी जिहड़ी बनाई रखनी, लगातार चर्च दे विच आउणा, मिस नहीं करना। और जिहड़ा इस रीति दे नाल करदा ओदी जिंदगी च होर वाधा हुंदा, ओनूं होर मिलदा अभिषेक, तां जो चर्च मिस ना कर पाए, तां जो प्रार्थना मिस ना कर पाए, तां जो बाइबल रीडिंग करना मिस ना कर पाए, तां जो आत्मक लोगां दे नाल संगति मिस ना करने पाए। खुदा ओहदे हालात इदां दे बनांदा, सिचुएशन इदां दी बना दिंदा आ। फिर ओहदी जॉब ओहदी रुकावट नहीं बनदी, फिर ओहदा बिजनेस ओहदा रुकावट नहीं बनदा, फिर ओहदा दे रिश्तेदार ओहनां दी रुकावट नहीं बनदे। चाहे संडे होण चाहे मंडे होण, ओहनां दे रिश्तेदार भी ओहनां नूं रोक नहीं सकदे खुदावंद दी हजूरी दे विच आउण तो। सारे ही बोलन आमीन, हालेलुया। जिहदे कोल हैगा ओहदे च होर वाधा हुंदा। अज अगर तुसी संडे फॉर एग्जाम्पल संडे तुसी चर्च आउण दी तैयारी करदे पे, तुहाडे गेस्ट आ गया, उत्थे डिपेंड तुहाडे उपर करदा कि तुसी मसा नूं वधाउणा या स्टॉप कर देना। जे स्टॉप कर दोगे फिर जो कुछ हैगा तुहाडे कोल खो लिया जाना है। फिर जदों तो तुसी रिश्तेदारां नूं रोकदे और खुदावंद दी हजूरी दे विच आने आ, बाइबल कहंदा ओहदे च होर वाधा हुंदा, होर वाधा हुंदा है। प्रेयर टाइम दे उपर प्रेयर टाइम, बाइबल रीडिंग दे उपर बाइबल रीडिंग, ओहदे विच मोबाइल नहीं, ओहदे विच टीवी नहीं, ओहदे विच रिश्तेदार नहीं, ओहदे विच माता पिता नहीं, ओहदे विच भैन भरा नहीं, ओहदे विच वाइफ नहीं, ओहदे विच बच्चे नहीं। खुदा दा टाइम खुदा नूं, कहंदा कैसर दा कैसर नूं दिओ ते खुदा दा खुदा नूं दिओ। मुबारक होगा वो बंदा, मुबारक होएगा वो इंसान जिहड़ा इस रीति दे नाल अपनी जिंदगी नूं जींदा है। कहंदा अच्छा आ मातबर नौकर होएगा
कि जद ਉਹਦਾ मालक आवे ਉਹਨੂੰ ਉਹੀ ਕੰਮ ਕਰਦਾ ਵੇਖੇ ਜਿਹੜਾ ਉਹ सौंप के गया। ਅੱਜ खुदावंद ਯਿਸੂ मसीह ਤੁਹਾਨੂੰ ਤੇ ਮੈਨੂੰ सौंप के गया कि ਅਸੀਂ ਲੋਕਾਂ ਤੱਕ खुदावंद ਦੇ वचन ਨੂੰ ਪਹੁੰਚਾਈਏ, बीमार लोगों ਨੂੰ मिलिए, दुखी लोगों ਨੂੰ मिलिए, परेशान लोगों ਨੂੰ मिले, ਜਿਹੜੇ शराब ਦੇ ਹੇਠ ਆ ਉਹਨਾਂ ਨੂੰ मिलिए और उन्होंने खुदावंद दे वचन दे बारे दसीए। ਜਿਹੜੇ नशे दे विच आ, बदमस्तियां दे विच आ, गलत संगति दे विच आ, गलत रिश्तियां दे विच आ, उन्हां नूं मिलिए। खुदावंद ने सानू एक काम बख्शिया, प्रार्थना करिए, बाइबल पढ़िए और आत्मक संगति करिए। सानू खुदा काम दे के गए ने और जादू बदला दे ऊपर आवे अपने लोगों नूं लैण दे लई और तुहानू ओही काम करदा वेखे ते तुहानू पूरे राज दे ऊपर, पूरे माल मते दे ऊपर तुहाडा अधिकार कर देवेगा। ओ बोलो आमीन, हालेलुया। बाइबल दा इदां ही कहंदा है जो मैं पढ़िया, हालेलुया। कहंदा तुहानू कंप्लीट कर देगा, तुहाडा अधूरा खत्म कर देगा, तुहाडा धुंधलापन जिहड़ा आ वो विजन क्लीयर कर देगा अगर तुसी जो तुहाडे कोल हैगा उस च वाधा करन दी कोशिश करदे जां ओहदी कदर करन दी कोशिश करदे। हालेलुया। दब के नहीं रखना, संभाल के नहीं रखना, ओनू इनक्रीज करना, एक प्यास रखनी कि इहदे विच मैं वाधा करना। चाहे तुहाडा पवित्र आत्मा, चाहे गैर भाषा, चाहे तुहाडा प्रेयर टाइम नाइट दा, चाहे डे दा, जो भी तुहाडा टाइम आ, बाइबल रीडिंग दा टाइम, ओहदे विच वाधा करना। चाहे एक चैप्टर ही इनक्रीज होवे पर ओहदे विच वाधा होना बहुत जरूरी है, क्योंकि जो वधाउंदा खुदा फिर ओनू वधाउंदा। बोलो आमीन, हालेलुया। जो बाइबल रीडिंग नूं वधाउंदा, जो प्रेयर टाइम नूं वधाउंदा, खुदा फिर ओनू भी वधाउंदा है। सारे ही बोलन आमीन, हालेलुया। उम्मीद करदा तुसीं समझ पा रहे, क्योंकि अगर असीं प्रार्थना नूं वधा नहीं रहे, अपना बाइबल रीडिंग नूं वधा नहीं रहे, खुदा दे वचन नूं प्यार नहीं कर रहे, खुदा नूं दिखा नहीं रहे कि असीं अपने काम नूं बखूबी कर रहे जो तू सानूं सौंप के गया, अगर असीं इदां नहीं कर रहे तो वह कदी भी साडियां जिहड़ियां हद्दां च वाधा नहीं होएगा, साडे अभिषेक दे विच वाधा नहीं होएगा, साडी आत्मक जिहड़ी स्पिरिचुअल लाइफ ਉਹਦੇ ਵਿੱਚ वाधा नहीं होएगा। ਉਹ कदों होएगा ਜਦੋਂ ਅਸੀਂ खुद ਵਧਾਉਣ ਦੀ कोशिश करांगे। ਅਸੀਂ एक कदम आना है खुदा दे वालों ने 10 कदम साडे वाल आ जाना है, डिपेंड साडे उपर करदा। कहंदा तानो नौकर होगा कि जदों दा मालक आवे उन्होंने उदां ही काम करदे वेखे जिद्दां ओह उहनूं सौंप के गया सीगा। और अगे लिखा कहंदा उहनूं अपने सारे माल मते दे उपर उहनूं मुख्तियार कर देवेगा। कहंदा पर जे ओहदा नौकर अपने मन विच आखे भई मेरा मालक आउण दे विच चिर लाउंदा आ अते गोले गोलियां नूं मारन लग जावे, ਜਿਹੜੇ ਉਹਦੇ ਅਧੀਨ ਆ ਜਾਂ ਉਹ ਤੋਂ ਨੀਵੇਂ ਆ ਜਾਂ ਨੌਕਰ ਆ ਜਾਂ ਜਿਹੜੇ ਗਰੀਬ ਆ ਉਹਨਾਂ ਦੇ ਉੱਪਰ ਕਹਿਰ ਢਾਵੇ, ਉਹਨਾਂ ਨੂੰ ਦੁਖੀ ਕਰੇ, ਉਹਨਾਂ ਨੂੰ ਪਰੇਸ਼ਾਨ ਕਰੇ, ਕਹਿੰਦਾ ਫਿਰ ਕੀ ਹੋਏਗਾ? ਕਹਿੰਦਾ ਗੋਲੇ ਗੋਲੀਆਂ ਨੂੰ ਮਾਰੇ, ਅਰੇ ਖਾਣ ਪੀਣ ਦੇ ਮਤਵਾਲਾ ਹੋਣ ਲੱਗ ਜਾਵੇ। ਉਹ ਅੱਜ ਇਸੇ ਰੀਤੀ ਦੇ ਨਾਲ ਲੋਕ ਕਰਦੇ ਨੇ। ਮਸੀਹ ਲੋਕ ਵੀ ਹੈਗੇ ਨੇ ਜਿਹੜੇ ਨਸ਼ਾ ਕਰਦੇ ਔਰ ਚਰਚ ਵੀ ਆਉਂਦੇ ਆ, ਜਿਹੜੇ ਸ਼ਰਾਬ ਪੀਂਦੇ ਆ, ਨਸ਼ਾ ਕਰਦੇ ਆ, ਘਰ ਵਾਲੀ ਦੇ ਨਾਲ ਲੜਾਈਆਂ ਝਗੜੇ ਕਰਦੇ ਆ, कलेश करते हैं, मार कुट करते हैं और चर्च भी आते। इदां दे लोग हैगे ने, वो लोग बड़े ही ध्यान दे नाल अज दे कलाम नूं सुनन। जरा बाइबल की कहंदा, तुहानूं इह काम करन दे लई नहीं धरती दे उपर भेजिया और खुदा ने चुनिया। हालेलुया। इसलिए असीं गरीब आ, इसलिए असीं परेशान आ, इसलिए असीं शराब दे हेठ आ। क्यों? क्यों साडे शराब टुटने नहीं जद तक असीं मसां नूं वधांदे नहीं, जब तक असीं अभिषेक नूं वधांदे नहीं। ये शराब कदी भी नहीं टुटने, नशे दे, बदमस्तियां दे, लड़ाई झगड़ियां दे, कलेश दे, कदी भी नहीं ये शराब टुटने जब तक असीं मसां नूं वधाउण दी कोशिश नहीं करते और जो काम उहने सानूं दित्ता उहनूं असीं बखूबी अच्छे रीति दे नाल नहीं कर पाते। और अगे लिखिया कहंदा जद ओहदा मालक आवे ते नौकर नूं अपने मन दे विच नौकर ओहदा इह आखे कि मेरा मालक आउण नूं चिर लाउंदा आ, नौकर नौकरियां नूं कुੱਟੇ, खाण पीण वाला हो जावे, मतवाला होण लग जावे। कहंदे तां उस नौकर दा मालिक जिस दिन वो उड़ीक नहीं करदा अते जिस घड़ी वो नहीं जानदा कि वो आवेगा, कहंदे उस नूं टोटे टोटे करके बेईमानां नाल ओहदा हिस्सा ठहरावेगा। बोलो हालेलुया। अज असीं क्रिश्चियन आ, साडे जीवन च किन्नी प्रार्थना, किन्ना बाइबल आ। अगर कोई पुछदा तुसीं कौन आ, बड़ा असीं हुब के कहने असीं क्रिश्चियन आ, पर की तुहाडे जीवन च प्रार्थना है? की तुहाडे जीवन दे विच बाइबल आ? की तुहाडे अंदर पवित्र आत्मा काम करदा? या 2 साल पहला मिलिया सी बस नाम दा, उदों ही बस चलिया, उस तो बाद अज बैठा पिया सुता पिया साडे अंदर, असीं सुलाया होया आ, वो काम नहीं कर रहा पवित्र आत्मा। क्योंकि जिस व्यक्ति दे जीवन दे विच इस तरह एक उत्तेजना नहीं पैदा होंदी कि मैं प्रार्थना करा, ਉਹਦੇ अंदर एक उत्तेजना नहीं, एक्साइटमेंट नहीं पैदा होंदी कि मैं प्रार्थना च जावां और मसा लवां खुदा दे कोलों, इट मीनस ਉਹਦੇ अंदर पवित्र आत्मा काम नहीं करता। चाहे वह पूरा दिन फोन के उपर लगा रहे,
ਚਾਹੇ ਉਹ ਪੂਰਾ ਦਿਨ ਟੀਵੀ ਦੇਖਣ ਦੇ ਵਿੱਚ ਲੱਗੀ ਰਵੇ, ਔਰ ਜਿਹਦੇ ਅੰਦਰ ਇੱਕ ਟਾਈਮ ਵੀ ਪਵਿੱਤਰ ਆਤਮਾ ਇਸ ਤਰ੍ਹਾਂ ਉਕਸਾ ਨਹੀਂ ਰਿਹਾ ਕਿ ਤੂੰ ਪ੍ਰਾਰਥਨਾ ਨਹੀਂ ਕੀਤੀ, ਉਹਦਾ ਆਤਮਾ ਕਲਪਦਾ ਨਹੀਂ ਪਿਆ ਕਿ ਤੂੰ ਅੱਜ ਪੂਰਾ ਦਿਨ ਪ੍ਰੇਰ ਨਹੀਂ ਕੀਤੀ, ਪੂਰਾ ਦਿਨ ਬਾਈਬਲ ਨਹੀਂ ਪੜਿਆ, ਤੂੰ ਪੂਰਾ ਦਿਨ ਖੁਦਾਵੰਦ ਨੂੰ ਮੂੰਹ ਨਹੀਂ ਦਿਖਾਇਆ, ਇਟ ਮੀਨਸ ਉਹਦੇ ਅੰਦਰ ਜਿਹੜਾ ਪਵਿੱਤਰ ਆਤਮਾ ਸੀ ਕੰਮ ਨਹੀਂ ਕਰ ਰਿਹਾ, ਸੁੱਤਾ ਪਿਆ ਆ। ਆਤਮਾ ਨੂੰ ਉਸ ਪਰਸਨ ਨੇ ਨਾਰਾਜ਼ ਕਰ ਦਿੱਤਾ, ਸ਼ੋਕਿਤ ਕਰ ਦਿੱਤਾ ਆਪਣੇ ਜੀਵਨ ਤੋਂ। ਕਿਉਂ? ਕਿਉਂਕਿ ਪਵਿੱਤਰ ਆਤਮਾ ਆਇਆ ਸੀਗਾ ਤੁਹਾਡੀ ਤਰੱਕੀ ਕਰਨ ਦੇ ਲਈ, ਪਰ ਤੁਸੀਂ ਤਰੱਕੀ ਲੈਣੀ ਚੰਗੀ ਨਹੀਂ ਸਮਝੀ। ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ 'ਚ ਆਇਆ ਸੀ ਤੁਹਾਡਾ ਮਦਦਗਾਰ ਬਣਨ ਦੇ ਲਈ, ਤਾਂ ਜੋ ਤੁਹਾਨੂੰ ਸਵਰਗ ਦੇ ਅਧਿਕਾਰੀ ਬਣਾਵੇ, ਤਾਂ ਜੋ ਪਰਮੇਸ਼ਵਰ ਨੂੰ ਤੁਹਾਡੇ ਜੀਵਨ ਤੋਂ ਪ੍ਰਸੰਨਤਾ ਹੋਵੇ ਔਰ ਉਹ ਪਰਮੇਸ਼ਵਰ ਖੁਸ਼ ਹੋ ਕੇ ਤੁਹਾਡੇ ਮਸਾਂ ਨੂੰ ਵਧਾਵੇ, ਤੁਹਾਡੇ ਅਭਿਸ਼ੇਕ ਨੂੰ ਵਧਾਵੇ, ਤੁਹਾਡੇ ਆਨੰਦ ਨੂੰ ਵਧਾਵੇ। ਪਰ ਤੁਹਾਨੂੰ ਚੰਗਾ ਨਹੀਂ ਲੱਗਾ, ਇਸ ਲਈ ਪਵਿੱਤਰ ਆਤਮਾ ਨਾਰਾਜ਼ ਹੋ ਕੇ ਤੁਹਾਡੀ ਜ਼ਿੰਦਗੀ ਤੋਂ ਨਿਕਲ ਗਿਆ, ਤੁਹਾਡੀ ਜ਼ਿੰਦਗੀ ਤੋਂ ਚਲਾ ਗਿਆ, ਚੁੱਕਿਆ ਗਿਆ। ਅੱਜ ਸਿਰਫ ਤੁਹਾਨੂੰ ਪਤਾ ਕਿ ਤੁਹਾਨੂੰ ਕਦੀ ਪਵਿੱਤਰ ਆਤਮਾ ਮਿਲਿਆ ਸੀ, ਪਰ ਉਹ ਅੱਜ ਕੰਮ ਨਹੀਂ ਕਰਦਾ ਪਿਆ। ਹਾਲੇਲੂਇਆ। ਕਿਉਂ? ਕਿਉਂਕਿ ਤੁਸੀਂ ਜਦੋਂ ਤੁਹਾਡੇ ਜ਼ਿੰਦਗੀ ਦੇ ਵਿੱਚ ਆਇਆ ਤੁਹਾਨੂੰ ਵਾਅਦਾ ਕਰਨਾ ਚਾਹੀਦਾ ਸੀ, ਕਿਉਂਕਿ ਬਾਈਬਲ ਕਹਿੰਦਾ ਜਿਹਦੇ ਕੋਲੋਂ ਹੈਗਾ ਉਹਨੂੰ ਹੋਰ ਦਿੱਤਾ ਜਾਣਾ, ਔਰ ਜਿਹਦੇ ਕੋਲੋਂ ਨਹੀਂ ਆ ਉਹਦੇ ਕੋਲੋਂ ਜੋ ਕੁਝ ਹੈਗਾ ਉਹ ਵੀ ਖੋਲਿਆ ਜਾਣਾ ਆ। ਅੱਜ ਅਸੀਂ ਖਾਲੀ ਕਿਉਂ ਆ? ਅੱਜ ਸਾਡਾ ਪ੍ਰਾਰਥਨਾ ਕਰਨ ਦਿਲ ਕਿਉਂ ਨਹੀਂ ਕਰਦਾ? ਆਪਣੀ ਜ਼ਿੰਦਗੀ ਦੇ ਵਿੱਚ ਝਾਤੀ ਮਾਰੋ। ਜਦੋਂ ਤੁਸੀਂ ਨਵੇਂ ਮਸੀਹ ਦੇ ਵਿੱਚ ਆਏ, ਨਵਾਂ ਪਵਿੱਤਰ ਆਤਮਾ ਪਾਇਆ, ਤੁਹਾਨੂੰ ਫਿਰ ਕਿਸੇ ਨੇ ਜ਼ੋਰ ਨਹੀਂ ਪਾਇਆ ਕਿ ਪ੍ਰਾਰਥਨਾ ਕਰੋ, ਬਾਈਬਲ ਪੜੋ, ਪ੍ਰਾਰਥਨਾ ਕਰੋ, ਚਰਚ ਜਾਓ, ਪ੍ਰਾਰਥਨਾ ਕਰੋ, ਬਾਈਬਲ ਪੜੋ। ਉਦੋਂ ਤੁਹਾਨੂੰ ਪਵਿੱਤਰ ਆਤਮਾ ਗਾਈਡ ਕਰਦਾ ਸੀ, ਤੁਹਾਨੂੰ ਪਵਿੱਤਰ ਆਤਮਾ ਇਨਕਰੇਜ ਕਰਦਾ ਸੀਗਾ ਕਿ ਤੁਸੀਂ ਪ੍ਰਾਰਥਨਾ ਕਰੋ। ਤੁਸੀਂ ਅਗਰ ਪ੍ਰਾਰਥਨਾ ਨਹੀਂ ਕਰੋਗੇ ਤੇ ਤੁਹਾਡੇ ਆਤਮਾ ਨੂੰ ਉਹ ਝੰਜੋਲਦਾ ਸੀਗਾ ਕਿ ਚੱਲ ਪ੍ਰਾਰਥਨਾ ਕਰ, ਤੂੰ ਪ੍ਰਾਰਥਨਾ ਨਹੀਂ ਕੀਤੀ। ਹਾਲੇਲੂਇਆ। ਅੱਜ ਉਹ ਨਹੀਂ ਏਦਾਂ ਹੋ ਰਿਹਾ। ਕਿਉਂ? ਕਿਉਂਕਿ ਅਸੀਂ ਉਸ ਮਸਾ ਦੇ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਬਾਈਬਲ ਤਾਂ ਇਹੀ ਕਹਿੰਦਾ ਨਾ, ਜਿਹਦੇ ਕੋਲ ਹੈਗਾ ਉਹਨੂੰ ਹੋਰ ਦਿੱਤਾ ਜਾਣਾ, ਔਰ ਜਿਹਨੇ ਕਦਰ ਨਹੀਂ ਕੀਤੀ ਉਦਾਂ ਹੀ ਰੱਖਿਆ ਔਰ ਉਹਦੇ ਕੋਲੋਂ ਖੋਹ ਲਿਆ ਜਾਣਾ। ਬਾਈਬਲ ਕਹਿੰਦਾ ਹਾਲੇਲੂਇਆ। ਕਹਿੰਦਾ ਜਦ ਉਹਦਾ ਮਾਲਕ ਆਵੇ ਉਹਨੂੰ ਖਾਂਦਾ ਪੀਂਦਾ ਦੇਖੇ, ਮਤਲਬ ਵਿਗੜਿਆ ਹੋਇਆ ਦੇਖੇ, ਜੋ ਖੁਦਾਵੰਦ ਸਾਡੀ ਜ਼ਿੰਦਗੀ 'ਚ ਨਹੀਂ ਚਾਹੁੰਦਾ। ਇੱਕ ਕ੍ਰਿਸਚਨ ਦੀ ਜ਼ਿੰਦਗੀ 'ਚ ਪ੍ਰਾਰਥਨਾ ਨਹੀਂ ਆ, ਬਾਈਬਲ ਨਹੀਂ ਆ, ਚਰਚ ਦੇ ਨਾਲ ਸੰਗਤੀ ਨਹੀਂ ਆ, ਟਾਈਮ ਪਾਸ ਵਾਲਾ ਕ੍ਰਿਸਚਨ ਆ, ਦਿਖਾਵੇ ਵਾਲਾ ਕ੍ਰਿਸਚਨ ਆ, ਉਹ ਸਿਰਫ ਟਾਈਮ ਪਾਸ ਕਰਨ ਵਾਲਾ ਕ੍ਰਿਸਚਨ ਆ। ਤੇ ਇਸ ਤਰ੍ਹਾਂ ਦੇ ਪਰਸਨ ਨੂੰ ਬਾਈਬਲ ਕਹਿੰਦਾ ਜਦੋਂ ਦਾ ਮਾਲਕ ਆਵੇਗਾ ਉਹਨੂੰ ਟੋਟੇ ਕਰ ਦੇਵੇਗਾ ਔਰ ਬੇਈਮਾਨਾਂ ਦੇ ਵਿੱਚ ਉਹਦੀ ਸੰਗਤੀ ਕਰੇਗਾ, ਬੇਈਮਾਨਾਂ ਦੇ ਵਿੱਚ ਉਹਦੀ ਸੰਗਤੀ ਗਿਣੇਗਾ, ਬੇਈਮਾਨਾਂ ਦੇ ਵਿੱਚ ਉਹਦਾ ਹਿੱਸਾ ਗਿਣੇਗਾ ਕਿ ਉਹ ਬੇਈਮਾਨ ਨਿਕਲਿਆ, ਉਹ ਬੇਵਫਾ ਨਿਕਲਿਆ। ਖੁਦਾਵੰਦ ਦੀ ਗਿਣਤੀ ਬੇਵਫਾ ਲੋਕਾਂ ਦੇ ਵਿੱਚ ਕਰੇਗਾ। ਕਿਉਂ? ਕਿਉਂਕਿ ਖੁਦਾਵੰਦ ਵਫਾਦਾਰ ਆ, ਉਹਨੂੰ ਵਫਾਦਾਰ ਲੋਕ ਚਾਹੀਦੇ ਆ, ਉਹਨੂੰ ਬੇਵਫਾ ਲੋਕ ਨਹੀਂ ਚਾਹੀਦੇ, ਉਹਨੂੰ ਬੇਈਮਾਨ ਲੋਕ ਨਹੀਂ ਚਾਹੀਦੇ। ਕਿਉਂ? ਉਹਨੇ ਤੁਹਾਡੇ ਤੇ ਪਵਿੱਤਰ ਆਤਮਾ ਬਖਸ਼ਿਆ। ਕਿਉਂ ਬਖਸ਼ਿਆ? ਕਿ ਤੁਸੀਂ ਤੁਹਾਡੀ ਜ਼ਿੰਦਗੀ ਦੀਆਂ ਹੱਦਾਂ ਦੇ ਵਿੱਚ ਵਾਧਾ ਹੋਵੇ, ਤੁਹਾਡੀ ਸਪਿਰਿਚੁਅਲ ਲਾਈਫ ਦੇ ਵਿੱਚ ਵਾਧਾ ਹੋਵੇ, ਤੁਹਾਡੀ ਪ੍ਰੇਅਰ ਲਾਈਫ ਦੇ ਵਿੱਚ ਵਾਧਾ ਹੋਵੇ। ਪਰ ਅਸੀਂ ਕਰਨਾ ਨਹੀਂ ਚਾਹਿਆ, ਅਸੀਂ ਕਰਨਾ ਨਹੀਂ ਚਾਹਿਆ। ਇਸੇ ਲਈ ਸਾਡੇ ਕੋਲੋਂ ਜੋ ਕੁਝ ਸੀਗਾ ਉਹ ਵੀ ਖੋਲਿਆ ਗਿਆ ਆ, ਉਹ ਵੀ ਖੋਲਿਆ ਗਿਆ। ਅੱਜ ਅਸੀਂ ਸਿਰਫ ਖੜਕਦੇ ਭਾਂਡੇ ਆ, ਅੱਜ ਅਸੀਂ ਖੜਕਦੇ ਆ, ਖਾਲੀ ਖੜਕਦੇ ਕ੍ਰਿਸਚਨ ਆ, ਅੰਦਰ ਕੁਝ ਵੀ ਨਹੀਂ ਆ ਸਾਡੇ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਮੇਰੀ ਗੱਲ ਨੂੰ ਬਖੂਬੀ ਸਮਝ ਪਾ ਰਹੇ ਆ। ਪ੍ਰਾਰਥਨਾ 'ਚ ਵਾਧਾ ਐਵੇਂ ਨਹੀਂ ਹੋ ਜਾਣਾ, ਬਾਈਬਲ ਰੀਡਿੰਗ ਦੇ ਵਿੱਚ ਵਾਧਾ ਐਵੇਂ ਨਹੀਂ ਹੋ ਜਾਣਾ, ਪਵਿੱਤਰ ਆਤਮਾ ਦੀ ਜਿਹੜੀ ਗੈਰ ਭਾਸ਼ਾ ਆ, ਸਵਰਗੀ ਭਾਸ਼ਾ, ਉਹਦੇ ਵਿੱਚ ਵਾਧਾ ਐਵੇਂ ਨਹੀਂ ਹੋ ਜਾਣਾ। ਸਾਨੂੰ ਵਾਧਾ ਕਰਨ ਦੀ ਇੱਛਾ ਪ੍ਰਗਟ ਕਰਨੀ ਪੈਣੀ ਆ, ਤਾਂ ਉਹਦੇ ਵਿੱਚ ਵਾਧਾ ਹੋਏਗਾ। ਅਗਰ ਬਾਈਬਲ ਕਹਿੰਦਾ ਮਾਲਕ ਨੌਕਰ ਨੂੰ ਜੋ ਕੰਮ ਬਖਸ਼ਿਆ ਗਿਆ ਉਹਨੂੰ ਉਦਾਂ ਨਹੀਂ ਕਰਦਾ ਦੇਖੇਗਾ ਤੇ ਉਹਦੇ ਟੋਟੇ ਕਰ ਦੇਗਾ ਤੇ ਬੇਈਮਾਨਾਂ ਦੇ ਵਿੱਚ ਉਹਦਾ ਹਿੱਸਾ ਗਿਣੇਗਾ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ। ਜਿਹੜੇ ਡਿੱਗੇ ਹੋਏ ਆ, ਜਿਹੜੇ ਕਮਜ਼ੋਰ ਪੈ ਗਏ ਆ, ਜਿਹੜੇ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਗਏ ਨੇ, ਜਿਨ੍ਹਾਂ ਦੇ ਜੀਵਨ ਜਿਹੜੇ ਇੰਨਾ ਦੁਖੀ ਹੋ ਗਏ ਆ ਕਿ ਉਹ ਪ੍ਰਾਰਥਨਾ ਕਰਨਾ ਚਾਹੁੰਦੇ ਆ ਪਰ ਕਰ ਨਹੀਂ ਪਾ ਰਹੇ, ਉਹ ਵਧਣਾ ਚਾਹੁੰਦੇ ਆ ਵੱਧ ਨਹੀਂ ਪਾ ਰਹੇ। ਸ਼ੈਤਾਨ ਤੁਹਾਨੂੰ ਸ਼ਰਮਿੰਦਾ ਕਰਦਾ ਪਿਆ ਇਸ ਗੱਲ ਦੇ ਉੱਪਰ। ਤੁਸੀਂ ਦੇਖੋ, ਹੋਰ ਤੁਸੀਂ ਕਿਸੇ ਗੱਲ 'ਚ ਸ਼ਰਮਿੰਦੇ ਨਹੀਂ ਹੋ ਸਕਦੇ, ਪਰ ਤੁਸੀਂ ਬਾਈਬਲ ਪੜ੍ਹਨ ਦੇ ਵਿੱਚ, ਪ੍ਰਾਰਥਨਾ ਕਰਨ ਦੇ ਵਿੱਚ ਤੁਹਾਨੂੰ ਸ਼ਰਮਿੰਦਗੀ ਦਾ ਜਿਹੜਾ ਹਿੱਸਾ ਆ ਤੁਹਾਨੂੰ ਲੈਣਾ ਪੈਣਾ। ਕਿਉਂਕਿ ਅਗਰ ਕੋਈ ਤੁਹਾਨੂੰ ਪੁੱਛਦਾ ਤੁਸੀਂ ਬਾਈਬਲ ਪੜ੍ਹਦੇ ਆ, ਨਹੀਂ। ਤੁਸੀਂ ਪ੍ਰਾਰਥਨਾ ਕਰ ਰਹੇ ਆ, ਨਹੀਂ। ਕਿਉਂ ਇੱਥੇ ਤੁਸੀਂ ਸ਼ਰਮਿੰਦਾ ਨਹੀਂ ਹੋ ਰਹੇ? ਤੁਸੀਂ ਡੈਫੀਨਿਟਲੀ ਸ਼ਰਮਿੰਦਾ ਹੋ ਰਹੇ ਆ। ਕੌਣ ਕਰਦਾ? ਸ਼ੈਤਾਨ ਤੁਹਾਨੂੰ ਸ਼ਰਮਿੰਦਾ ਕਰਦਾ ਪਿਆ। ਉਹ ਕਿੱਦਾਂ ਉਹਨੇ ਸ਼ਰਮਿੰਦਾ ਕੀਤਾ? ਖੁਦਾ ਨੇ ਜੋ ਤੁਹਾਨੂੰ ਕੰਮ ਬਖਸ਼ਿਆ ਸੀ ਤੁਸੀਂ ਉਹਦੀ ਕਦਰ ਨਹੀਂ ਕੀਤੀ, ਤੁਸੀਂ ਉਹਦੇ 'ਚ ਵਾਧਾ ਨਹੀਂ ਕੀਤਾ। ਇਸ ਲਈ ਜੋ ਕੁਝ ਤੁਹਾਡੇ ਕੋਲ ਮਾੜਾ ਮੋਟਾ ਅਭਿਸ਼ੇਕ ਸੀਗਾ, ਜਿਹੜਾ ਤੁਹਾਨੂੰ ਕਦੀ ਪ੍ਰਾਰਥਨਾ ਦੇ ਵਿੱਚ ਬਿਠਾਉਂਦਾ ਸੀਗਾ, ਉਹ ਵੀ ਖੋਲਿਆ ਗਿਆ ਤੁਹਾਡੇ ਕੋਲੋਂ, ਉਹ ਵੀ ਖੋਲਿਆ ਗਿਆ। ਤੁਸੀਂ ਕਦੀ ਪ੍ਰਾਰਥਨਾ ਕਰਨ ਵਾਲੇ ਸੀਗੇ, ਕਦੀ ਬਾਈਬਲ ਪੜ੍ਹਨ ਵਾਲੇ ਸੀਗੇ, ਕਦੀ ਚਰਚ ਆਉਣ ਵਾਲੇ ਸੀਗੇ। ਇੱਕ ਮਸਾ ਹੁੰਦਾ ਬੰਦੇ ਦੇ ਉੱਪਰ,
ਇਹਦੇ ਵਿੱਚ ਵਾਧਾ ਕਰਨਾ ਹੁੰਦਾ, ਜਿਹਨੇ ਕਦੀ ਕਦੀ ਤੋਂ ਲੈ ਕੇ ਤੁਹਾਨੂੰ ਰੈਗੂਲਰਿਟੀ ਦੇ ਵਿੱਚ ਲੈ ਕੇ ਆਉਣਾ, ਲਗਾਤਾਰ ਸੰਗਤੀ ਦੇ ਵਿੱਚ, ਲਗਾਤਾਰ ਪ੍ਰਾਰਥਨਾ ਦੇ ਵਿੱਚ, ਲਗਾਤਾਰ ਬਾਈਬਲ ਪੜ੍ਹਨ ਦੇ ਵਿੱਚ, ਲਗਾਤਾਰ ਆਤਮਕ ਲੋਕਾਂ ਦੇ ਨਾਲ ਸੰਗਤੀ ਕਰਨ ਦੇ ਵਿੱਚ ਇਹ ਤੁਹਾਨੂੰ ਬਣਾ ਕੇ ਰੱਖਣਾ ਹੈ। ਅਗਰ ਉਹਦੇ ਵਿੱਚ ਅਸੀਂ ਵਾਧਾ ਕਰਾਂਗੇ, ਜੇ ਵਾਧਾ ਕਰਾਂਗੇ ਤਾਂ ਹੀ ਵਾਧਾ ਹੋਣਾ। ਜੇ ਅਸੀਂ ਵਾਧਾ ਨਹੀਂ ਕਰਾਂਗੇ ਤਾਂ ਬਾਈਬਲ ਕਹਿੰਦਾ ਮਾੜਾ ਮੋਟਾ ਸੀ ਕਦੀ ਕਦੀ ਵਾਲਾ ਉਹ ਵੀ ਲੈ ਲਿਆ ਜਾਣਾ, ਫਿਰ ਕਦੀ ਕਦੀ ਵਾਲਾ ਵੀ ਜ਼ੀਰੋ ਹੋ ਜਾਣਾ, ਖਤਮ ਹੋ ਜਾਣਾ। ਹੁਣ ਅੱਜ ਅਸੀਂ ਇਸੇ ਰੀਤੀ ਦੇ ਨਾਲ ਕਈ ਲੋਕ ਆ ਜ਼ੀਰੋ ਹੋ ਗਏ ਨੇ, ਬਾਈਬਲ ਪੜ੍ਹਨ ਨੂੰ ਦਿਲ ਨਹੀਂ ਕਰਦਾ, ਪ੍ਰਾਰਥਨਾ ਕਰਨ ਨੂੰ ਧੱਕਾ ਕਿੰਨਾ ਕੁ ਕਰ ਲੂਗੇ ਧੱਕਾ, ਮੈਂ ਕਹਿੰਦਾ ਕਿੰਨਾ ਕੁ ਬੰਦਾ ਧੱਕਾ ਕਰ ਲੂਗਾ, ਹਾਲੇਲੂਇਆ, ਕਿੰਨਾ ਕੁ ਧੱਕਾ ਕਰ ਲੂਗਾ ਬੰਦਾ। ਅੱਜ ਤੱਕ ਨਾ ਬਾਈਬਲ ਪੜ੍ਹ ਲੂੰਗੇ, ਕੱਲ ਤੱਕ ਨਾ ਬਾਈਬਲ ਪੜ੍ਹ ਲੂੰਗੇ, ਕੱਲ ਆਪਣੇ ਮਾਤਾ ਪਿਤਾ ਦੇ ਡਰ ਦੇ ਨਾਲ ਬਾਈਬਲ ਪੜ੍ਹ ਲੂੰਗੇ, ਪ੍ਰਾਰਥਨਾ ਕਰ ਲੂੰਗੇ, ਜਦ ਤੁਹਾਨੂੰ ਇਹੀ ਨਹੀਂ ਪਤਾ ਕਿ ਇਹ ਸਾਡਾ ਜੀਵਨ ਆ, ਇਹ ਸਾਡੀ ਜ਼ਿੰਦਗੀ ਆ, ਖੁਦਾ ਨੂੰ ਕੀ ਮੂੰਹ ਦਿਖਾਉਂਗੇ, ਕਿਉਂਕਿ ਖੁਦਾ ਖੁਸ਼ੀ ਦੇ ਨਾਲ ਦੇਣ ਵਾਲੇ ਨੂੰ ਪਸੰਦ ਕਰਦਾ। ਚਾਹੇ ਤੁਹਾਡਾ ਬਾਈਬਲ ਦਾ ਸਮੇਂ, ਤੁਹਾਡਾ ਚਾਹੇ ਪ੍ਰਾਰਥਨਾ ਦਾ ਸਮੇਂ ਆ, ਚਾਹੇ ਤੁਹਾਡਾ ਆਤਮਕ ਲੋਕਾਂ ਦੇ ਨਾਲ ਸੰਗਤੀ ਦਾ ਸਮੇਂ ਆ, ਜੋ ਤੁਸੀਂ ਖੁਸ਼ੀ ਦੇ ਨਾਲ ਖੁਦਾਵੰਦ ਦੇ ਲਈ ਕਰੋਗੇ, ਧੱਕੇ ਦੇ ਨਾਲ 1 ਘੰਟਾ ਪ੍ਰਾਰਥਨਾ ਕਰਨੀ ਔਰ ਖੁਸ਼ੀ ਦੇ ਨਾਲ 15 ਮਿੰਟ ਪ੍ਰਾਰਥਨਾ ਕਰਨੀ ਖੁਦਾਵੰਦ ਦੇ ਲਈ, ਖੁਦਾਵੰਦ ਨੂੰ 15 ਮਿੰਟ ਵਾਲੀ ਪਸੰਦ ਆਏਗੀ, ਨਾ ਕਿ 1 ਘੰਟੇ ਵਾਲੀ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਹੋ। ਔਰ ਉਸ ਪ੍ਰਾਰਥਨਾ ਦੇ ਵਿੱਚ ਕੋਈ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ, ਉਸ ਪ੍ਰਾਰਥਨਾ ਦੇ ਵਿੱਚ ਕੋਈ ਡਰ ਨਹੀਂ ਹੋਣਾ ਚਾਹੀਦਾ, ਤੁਹਾਡੀ ਖੁਦ ਦੀ ਸਹਿਮਤੀ ਹੋਣੀ ਚਾਹੀਦੀ ਕਿ ਨਹੀਂ ਮੈਂ ਖੁਦਾ ਦੇ ਕਦਮਾਂ 'ਚ ਜਾਣਾ, ਨਹੀਂ ਮੈਂ ਖੁਦਾ ਦੀ ਹਜ਼ੂਰੀ ਦੇ ਵਿੱਚ ਜਾਣਾ, ਮੈਂ ਆਪਣੇ ਖੁਦਾ ਦੇ ਨਾਲ ਅੱਜ ਕਿੰਨੇ ਮਹੀਨਿਆਂ ਬਾਅਦ ਮੁਲਾਕਾਤ ਕਰਨੀ ਹੈ, ਅੱਜ ਮੈਂ ਖੁਦਾਵੰਦ ਦੇ ਨਾਲ ਆਪਣਾ ਦੁੱਖ ਸੁੱਖ ਕਰਨਾ ਆ, ਅੱਜ ਖੁਦਾਵੰਦ ਦੇ ਨਾਲ ਮੈਂ ਦੁੱਖ ਸੁੱਖ ਦੀਆਂ ਗੱਲਾਂ ਕਰਨੀਆਂ, ਖੁਸ਼ੀ ਗਮੀ ਦੀਆਂ ਗੱਲਾਂ ਕਰਨੀਆਂ, ਕੁਝ ਆਤਮਕ ਤਰੱਕੀ ਦੀਆਂ ਗੱਲਾਂ ਕਰਨੀਆਂ, ਕੁਝ ਗਿਲੇ ਸ਼ਿਕਵੇ ਕਰਨੇ। ਇਹ ਦਿਲ ਤੋਂ ਜਿਹੜਾ ਬੰਦਾ ਕਰਦਾ ਖੁਦਾਵੰਦ ਦੇ ਲਈ ਕੁਝ, ਇਹ ਖੁਦਾਵੰਦ ਨੂੰ ਚੰਗਾ ਲੱਗਦਾ, ਉਹਦੇ ਮਨ ਨੂੰ ਭਾਉਂਦਾ। ਕਹਿੰਦਾ ਅਗਰ ਮਾਲਕ ਆਵੇ ਔਰ ਨੌਕਰ ਨੂੰ ਉਹ ਕੰਮ ਜੋ ਬਖਸ਼ਿਆ ਸੀ ਨਹੀਂ ਕਰਦਾ ਦੇਖੇ, ਮਤਵਾਲਾ ਦੇਖੇ, ਨਸ਼ੇ ਕਰਦਾ ਦੇਖੇ, ਵਿਭਚਾਰ ਕਰਦਾ ਦੇਖੇ, ਮਨ ਮਸਤੀਆਂ ਕਰਦਾ ਦੇਖੇ, ਸੰਸਾਰਕ ਕੰਮਾਂ ਦੇ ਵਿੱਚ ਫਸਿਆ ਹੋਇਆ ਦੇਖੇ, ਫਰੀ ਆ ਪਰ ਫਿਰ ਵੀ ਪ੍ਰਾਰਥਨਾ ਨਹੀਂ ਕਰਨੀ, ਵੇਲੇ ਆ ਫਿਰ ਵੀ ਬਾਈਬਲ ਨਹੀਂ ਪੜ੍ਹਨੀ, ਫਰੀ ਆ ਵੇਲੇ ਆ ਫਿਰ ਵੀ ਖੁਦਾਵੰਦ ਦਾ ਕੰਮ ਨਹੀਂ ਕਰਨਾ, ਏਦਾਂ ਦੇ ਲੋਕਾਂ ਨੂੰ ਉਹ ਬੇਈਮਾਨਾਂ ਦੇ ਵਿੱਚ ਗਿਣੇਗਾ, ਏਦਾਂ ਦੇ ਲੋਕਾਂ ਨੂੰ ਉਹ ਸ਼ਰਾਪ ਦੇਗਾ, ਏਦਾਂ ਦੇ ਲੋਕਾਂ ਨੂੰ ਉਹ ਸ਼ਰਾਪਿਤ ਕਰੇਗਾ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ। ਔਰ ਅੱਗੇ ਲਿਖਿਆ, ਮੈਂ ਕੰਟੀਨਿਊ ਕਰਦਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਲਿਖਿਆ ਕਹਿੰਦਾ ਬੇਈਮਾਨਾਂ ਦੇ ਵਿੱਚ ਉਹਦਾ ਹਿੱਸਾ ਠਹਿਰਾਵੇਗਾ। ਕਹਿੰਦੇ ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ ਪਰ ਤਿਆਰੀ ਨਾ ਕੀਤੀ, ਨਾ ਉਹਦੀ ਮਰਜ਼ੀ ਮੁਜਬ ਕੰਮ ਕੀਤਾ, ਬਹੁਤ ਮਾਰ ਖਾਵੇਗਾ, ਬਹੁਤ ਮਾਰ ਖਾਵੇਗਾ। ਜਿਹਨੂੰ ਪਤਾ ਲੱਗ ਗਿਆ ਕਿ ਖੁਦਾ ਨੇ ਮੈਨੂੰ ਚੁਣਿਆ, ਮੈਨੂੰ ਪਵਿੱਤਰ ਆਤਮਾ ਦਿੱਤਾ, ਕਾਹਦੇ ਲਈ ਦਿੱਤਾ, ਮੈਨੂੰ ਪ੍ਰਾਰਥਨਾ ਕਰਨਾ ਸਿਖਾਇਆ, ਕਾਹਦੇ ਲਈ, ਮੈਨੂੰ ਬਾਈਬਲ ਪੜ੍ਹਨਾ ਸਿਖਾਇਆ, ਮੇਰੀ ਬੰਦ ਸਮਝ ਨੂੰ ਖੋਲਿਆ ਕਿ ਮੈਨੂੰ ਬਾਈਬਲ ਸਮਝ ਆਵੇ, ਕਾਹਦੇ ਲਈ, ਕਾਹਦੇ ਲਈ ਮੇਰੇ ਨਾਲ ਇਦਾਂ ਕੀਤਾ ਖੁਦਾ ਨੇ। ਕਹਿੰਦੇ ਜਿਹਨੂੰ ਇਹ ਸਮਝ ਆ ਗਈ ਕਿ ਇਹ ਜ਼ਰੂਰੀ ਆ ਔਰ ਉਹ ਕਰ ਨਹੀਂ ਰਿਹਾ, ਤੇ ਕੀ ਕਹਿੰਦਾ ਬਾਈਬਲ ਕਹਿੰਦਾ ਵੀ ਉਹ ਬਹੁਤ ਜ਼ਿਆਦਾ ਮਾਰ ਖਾਏਗਾ, ਖੁਦਾਵੰਦ ਦੇ ਕੋਲੋਂ ਬਹੁਤ ਦੁੱਖ ਚੱਲੇਗਾ, ਜਿਉਂਦੇ ਜੀ ਵੀ ਔਰ ਮਰਨ ਤੋਂ ਬਾਅਦ ਵੀ। ਮਰਨ ਤੋਂ ਬਾਅਦ ਤਾਂ ਨਰਕ ਦੇ ਵਿੱਚ ਉਹ ਕਸ਼ਟ ਭੋਗੇਗਾ ਹੀ ਭੋਗੇਗਾ, ਲੇਕਿਨ ਧਰਤੀ ਦੇ ਉੱਪਰ ਰਹਿੰਦਿਆਂ ਵੀ ਉਹ ਕਸ਼ਟ ਭੋਗੇਗਾ। ਮਾਰ ਖਾਣ ਦਾ ਮਤਲਬ ਇਹ ਆ। ਹਾਲੇਲੂਇਆ। ਮੈਂ ਫਿਰ ਤੋਂ ਪੜ੍ਹਦਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਸ਼ਾਇਦ ਤੁਹਾਡੀ ਜ਼ਿੰਦਗੀ 'ਚ ਇੱਕ ਡਰ ਜੋ ਖੁਦਾਵੰਦ ਦੇ ਵੱਲੋਂ ਆ ਪੈਦਾ ਹੋ ਜਾਵੇ, ਉਹ ਡਰ ਜਿਹੜਾ ਤੁਹਾਡੀ ਜ਼ਿੰਦਗੀ 'ਚੋਂ ਨਿਕਲ ਗਿਆ, ਮੈਂ ਅੱਜ ਯਿਸੂ ਮਸੀਹ ਦੇ ਨਾਮ 'ਚ ਪੈਦਾ ਕਰਦਾ ਉਸ ਡਰ ਨੂੰ ਤੁਹਾਡੀ ਜ਼ਿੰਦਗੀ 'ਚ, ਕਿ ਉਸ ਡਰ ਦੇ ਦੁਆਰਾ ਹੀ ਤੁਸੀਂ ਆਪਣੀ ਪ੍ਰੇਅਰ ਲਾਈਫ ਜਿਹੜੀ ਆ ਸੈੱਟ ਕਰ ਲਓ। ਤਾਂ ਬਾਈਬਲ ਪੜ੍ਹਨਾ, ਰੀਡ ਕਰਨਾ, ਉਹਦੇ ਅਨੁਸਾਰ ਚੱਲਣਾ, ਉਹਨੂੰ ਸੈੱਟ ਕਰ ਲਓ। ਜਿਹੜਾ ਸ਼ੈਤਾਨ ਨੇ ਤੁਹਾਡੇ ਦਿਮਾਗ 'ਚੋਂ ਨਿਕਾਲ ਦਿੱਤਾ ਸੀਗਾ ਖੁਦਾਵੰਦ ਦਾ ਡਰ, ਮੈਂ ਯਿਸੂ ਮਸੀਹ ਦੇ ਨਾਮ 'ਚ ਜੋ ਡਰ ਤੁਹਾਡੀ ਜ਼ਿੰਦਗੀ 'ਚ ਪਾਉਣਾ ਚਾਹੁੰਦਾ। ਲਿਖਿਆ ਕਹਿੰਦਾ ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀਗਾ। ਅੱਜ ਅਸੀਂ ਜਾਣਦੇ ਨਹੀਂ ਖੁਦਾਵੰਦ ਨੇ ਕਾਹਦੇ ਲਈ ਸਾਨੂੰ ਚੁਣਿਆ, ਖੁਦਾਵੰਦ ਨੇ ਸਾਡੇ ਤੇ ਕਿਰਪਾ ਕਿਉਂ ਕੀਤੀ। ਅੱਜ ਵੀ ਲੋਕ ਨਸ਼ੇ 'ਚ ਆ, ਅੱਜ ਵੀ ਲੋਕ ਪਾਪ 'ਚ ਆ, ਅੱਜ ਵੀ ਲੋਕ ਕਰਜ਼ ਦੇ ਵਿੱਚ ਆ, ਮਤਲਬ ਸ਼ਰਾਬਾਂ ਦੇ ਵਿੱਚ ਆ, ਕੋਈ ਗਰੀਬੀ ਦੇ ਸ਼ਰਾਬ ਹੇਠ ਆ, ਕੋਈ ਕਰਜ਼ੇ ਦੇ ਸ਼ਰਾਬ ਹੇਠ ਆ, ਕੋਈ ਬਿਮਾਰੀ ਦੇ ਸ਼ਰਾਬ ਤੇ ਹੇਠ ਆ। ਅੱਜ ਅਸੀਂ ਤੰਦਰੁਸਤ ਹਾਂ, ਕਾਹਦੇ ਲਈ? ਅੱਜ ਅਸੀਂ ਖੁਦਾ ਦੀ ਮਰਜ਼ੀ ਨੂੰ ਜਾਣਦੇ ਨਹੀਂ, ਸਾਨੂੰ ਸਭ ਪਤਾ ਆ ਪਰ ਕਰਨਾ ਨਹੀਂ। ਔਰ ਏਦਾਂ ਦੇ ਬੰਦੇ ਨੂੰ ਖੁਦਾ ਖਾਲੀ ਕਰ ਦੇਗਾ, ਇੱਕ ਦਿਨ ਖਾਲੀ ਕਰ ਦੇਗਾ। ਯਾਦ ਰੱਖਣਾ ਮੇਰੀ ਗੱਲ ਨੂੰ, ਇਸ ਤਰ੍ਹਾਂ ਦੇ ਪਰਸਨ ਨੂੰ ਖੁਦਾਵੰਦ ਖਾਲੀ ਕਰਕੇ ਖੜਾ ਕਰ ਦੇਗਾ। ਉਹ ਫਿਰ ਕੁਝ ਨਹੀਂ ਕਰ ਸਕਦਾ, ਉਹ ਪਰਸਨ ਫਿਰ ਖੁਦਾ ਨੂੰ ਖੁਸ਼ ਨਹੀਂ ਕਰ ਸਕਦਾ। ਯਾਦ ਰੱਖਣਾ ਮੇਰੀ ਗੱਲ ਨੂੰ। ਕਹਿੰਦਾ ਕਿ ਨੌਕਰ ਜਿਹੜਾ ਆ ਆਪਣੇ ਮਾਲਕ ਦੀ ਮਰਜ਼ੀ ਨੂੰ ਜਾਣਦਾ ਸੀਗਾ ਪਰ ਤਿਆਰੀ ਨਹੀਂ ਕੀਤੀ, ਨਾ ਉਹਦੀ ਮਰਜ਼ੀ ਮੁਜਬ ਕੰਮ ਕੀਤਾ, ਬਹੁਤ ਮਾਰ ਖਾਵੇਗਾ। ਪਰ ਕਹਿੰਦੇ ਜਿਹੜਾ ਨਹੀਂ ਸੀ ਜਾਣਦਾ, ਮਾਰ ਖਾਣ ਦੇ ਯੋਗ ਕੰਮ ਕੀਤਾ, ਉਹ ਥੋੜੀ ਮਾਰ ਖਾਊਗਾ। ਕਹਿੰਦੇ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ, ਉਸ ਤੋਂ ਬਹੁਤੇ ਦਾ ਲੇਖਾ ਲਿਆ ਜਾਵੇਗਾ। ਹਾਲੇਲੂਇਆ। ਹੁਣ ਮੈਂ ਤੁਹਾਨੂੰ ਹੋਰ
इस वचन के उपर चानना पाने की कोशिश करता, इस टॉपिक के उपर चानना पाने की कोशिश करता, किदां किहदे मसां दे विच वाधा होएगा, किहनूं बरकत मिलेगी, किहनूं आशीष मिलेगी। मेरे नाल जो तुसीं ओपन करोगे लूका दा अंजील उहदा 19 नंबर अध्याय, खोलिए जरा मेरे नाल लूका दा अंजील उहदा 19 नंबर अध्याय। टाइम नहीं है कि सारा रीड करावां, और उत्तों असीं पढ़दे 20 नंबर पंक्ति तो। तुसीं जाणदे हैं एक उदाहरण दिता गया यीशु मसीह दे वल्लों लोगां नूं, चेलियां नूं। कहंदे एक बंदा सीगा दूर देश दे विच चला गया, 3 बंदियां नूं एक नूं 5 तोड़े दे के गया। हाँ इदां ही मैं थोड़ा क्लीयर कर लवां। किसी नूं 10 अशरफियां दित्तियां, उन्हां नूं कहा कि जद तक मैं ना आवां तुसीं वणज वपार करो, पर शहर दे रहण वाले उस नाल वैर रखदे सन। पिछों कसदियां दी जुबानी कहा भेजिया गया कि असीं नहीं चाहुंदे जो ये साडे उत्ते राज करे। ते होया कि पातशाही लैके मुड़ आया ते ओह नौकरां नूं जिन्हां नूं उसने रुपए दिते सीगे सदन दा हुक्म दिता। परमेश्वर सो उसने एक अमीर दूर देश नूं गया अपने लिए पातशाही लैके मुड़ आवे। उसने अपने 10 नौकरां नूं सद के उन्होंने 10 अशरफियां दित्तियां ते उन्होंने कहा कि जब तक मैं ना आवां तुसीं वणज वपार करो। 10 अशरफियां दित्तियां। और उहदे विच की होया, जदों ਉਹ ਜਿਹੜਾ ਮਾਲਕ ਸੀਗਾ, स्वामी ਸੀਗਾ, ਜਦੋਂ दूर देश ਦੇ ਵਿੱਚ ਚਲਾ ਗਿਆ ਆਪਣੇ ਲਈ ਪਾਤਸ਼ਾਹੀ ਲੈਣ ਦੇ ਲਈ और अमीर होने ਦੇ ਲਈ, ਕੀ ਹੋਇਆ वापस आया। ਪਹਿਲਾਂ ਉਹਨਾਂ ਨੂੰ 10 ਸ਼ਰਫੀਆਂ ਦੇ ਗਿਆ ਸੀਗਾ ਕਿ ਇਹਨਾਂ ਦੇ ਨਾਲ ਵਣਜ ਵਪਾਰ ਕਰਨਾ, ਮਿਹਨਤ ਕਰਨੀ, ਇਹਦੇ ਵਿੱਚ ਵਾਧਾ ਕਰਨਾ ਹੈ। ਹਾਲੇਲੂਇਆ, ਇਹਦੇ ਵਿੱਚ ਵਾਧਾ ਕਰਨਾ ਹੈ। ਕਹਿੰਦੇ ਮੈਂ ਜਦੋਂ ਮੁੜ ਕੇ ਆਵਾਂਗਾ ਤਾਂ ਮੈਂ ਦੇਖਾਂਗਾ, ਹਿਸਾਬ ਲਵਾਂਗਾ। ਔਰ ਫਿਰ ਕੀ ਹੁੰਦਾ ਹੈ ਦੇਖਦੇ ਹਾਂ, ਬਾਈਬਲ ਦੇ ਵਿੱਚ ਪੜ੍ਹਦੇ ਹਾਂ ਅਸੀਂ। 17 नंबर पंक्ति तो पढ़ांगे तो ज्यादा क्लीयर हो जाएगा। कहता था उन उसनु आख्या हे अच्छे शाबाश, अच्छे नौकर शाबाश, इसलिए जो बहुत थोड़े दे विच तू मातबर निकलिया, तू 10 नगरां दे उत्ते इख्तियार कर। कहंदे तद पहले ने आन के स्वामी जी तुहाडी अशरफियां ने 10 अशरफियां होर कमा लईयां। ये पहला बंदा सीगा जिन्हें 10 अशरफियां कमा लईयां कि जदों दा मालक हिसाब लैण दे लई आया उन्हें दस्सिया कि परमेश्वर प्रभु तू मैनू आ मसा दिता सी, मैं इहदे नाल होर मसा कमा लिया। तू मैनू अद्धे घंटे की प्रार्थना के उत्ते लगाया सीगा, अज मैं 5 घंटे की प्रार्थना कर ली है। तो प्रभु मैनू 2 चैप्टर तो स्टार्ट कराया सी, अज मैं 10 चैप्टर या एक पुस्तक पढ़दा है रोजाना। प्रभु तू मैनू 1 घंटा पे तो मंगदा सी, 2 घंटे मंगदा सी, अज मैं 5 घंटे तैनूं दे रहा हां, मैं वादा कीता। कहते इस तरह के परसन के लिए खुदा ने कहा हे अच्छे नौकर शाबाश, कहते इसलिए जो तू बहुत थोड़े दे विच मातबर निकलिया, तू 10 नगरां दे उपर इख्तियार रख, उन्होंने बरकत मिली। कहते तो दूए ने आन के कहा स्वामी जी तुहाडीआं अशरफियां ने 5 अशरफियां होर कमा लईआं। हालेलुया। कहते तो उसने ओनू आख्या, ओनू भी आख्या कि तू भी 5 नगरां दे उत्ते हो। 5 नगर ओनू मिल गए और ओहदियां जड़ियां अशरफियां सी उन्होंने 5 होर कमा लईआं। प्रभु तो मैनू 5 मिनट का टाइम दिता सी, मैं उन्होंने 5 घंटिया तब्दील कर दिता मेहनत करके। वही सेम थिंग स्पिरिचुअल लाइफ दे विच तरक्की की, खुदाबंद दे विच वफादारी दे विच बने रहने दे विच पवित्रताई च वाधा किया। प्रभु ने 1% पवित्रताई दी, उन्हें 10% पवित्र आत्मा ही कमा ली। पवित्र आत्मा कमा लिया, पवित्रताई कमा ली, वफादारी कमा ली, संजम कमा लिया, पवित्र आत्मा दे फल अपने अंदर पैदा कर ले, पवित्र आत्मा दे वरदान अपने अंदर पैदा कर ले। ये वाधा किया। कई लोग पवित्र आत्मा पा के आराम नाल बैठ गए, ये वाधा नहीं है। याद रखना, तुहानूं हिसाब देना पैना। पवित्र आत्मा बाइबल कहता है साई के तौर पर तुहानूं मिलिया आ। जो असीं जमीन जायदाद लेंदे आ जां कुछ भी चीज़ असीं महंगी जां खरीदते हैं, उहदे लई सानूं पहलां साई देनी पैंदी, पक्का करना पैंदा कि ये साडा ही आ। हालेलुया। और एक टाइम लेना पैंदा कि इस टाइम दे विच असीं फुल पेमेंट कर देवांगे और वो फिर साडे तो इलावा किसी होर नूं सेल नहीं करेगा। इदां ही आत्मक तौर पर पवित्र आत्मा जिहड़ा तुहानूं साई दे रूप दे विच मिलिया आ और बाकी दा अमाउंट तुसीं खुदाबंद नूं देना आ, तां तुहानूं फुल अमाउंट मिलेगी। पवित्र आत्मा दे वरदान, पवित्र आत्मा दे फल, बाइबल दीआं होर बरकतां, खुदाबंद दे नाल नज़दीकियां, खुदाबंद दे नाल करीबियां, ये सारियां चीज़ां तुहाडी जिंदगी च उहदा रिलीज़ हो जाणियां आ। हालेलुया। उम्मीद करदा तुहानूं समझ आई है मेरी गल। ये साई दे तौर ते सानूं मिलिआ, आराम नाल पवित्र आत्मा पा के बैठ गए। तुहानूं शायद पता नहीं, इहदे विच वाधा भी करना है। वाधा करोगे तो होर वधाएगा, अगर वादा नहीं करोगे, कई तो चुप करके बैठ गया, पवित्र आत्मा नूं खुराक नहीं मिली, पवित्र आत्मा खत्म हो गया ना दी जिंदगी जो, शौकित हो गया, नाराज होकर चला गया कि इस शरीर दे विचों मैनूं कोई इज्जत नहीं मिलिया, इस देह दे विचों, इस आत्मा दे विचों मैनूं कोई रिस्पैक्ट नहीं मिली।
इस करके वो नाराज होकर तुहाडी जिंदगियां तो चला गया। अज तुसीं खाली दे खाली आ। इसलिए बाइबल दे विच लिखिया जिहदे कोल हैगा उहनूं होर दिता जाना, जिहड़ा कदर करदा, जिहड़ा संभालदा है, जिहड़ा चलाउंदा है पवित्र आत्मा नूं, और जिहड़ा नहीं चलाउंदा, कदर ही नहीं करदा, वधा नहीं रहा, उहदे कोलों खोह लिया जाना। हालेलुया। उहदे कोलों लै लिया जाना है। हालेलुया। कई लोग इसलिए अज बरकतां तो वांझे, चंगाई तो वांझे, आशीषां तो वांझे, पवित्र आत्मा तो वांझे, क्योंकि कदर नहीं करते। जो मसा उन्होंने उपर है वधा नहीं रहे, जो अभिषेक उन्होंने उपर है वधा नहीं रहे। क्योंकि तुसीं अगर चर्च आ रहे हैं, इसका मतलब तुहाडे उपर अभिषेक हैगा। तुसीं सारियां रुकावटां नूं दूर करके चर्च आ रहे, दा मतलब तुहाडे उपर अभिषेक आ, उह च वाधा करन दी जरूरत है। हालेलुया। उम्मीद करदा तुसीं समझ पा रहे। तो लिखिया जदों तीसरे बंदे दी वारी आई तो कहंदे उन्हें आख्या, कहंदे होर ने आण के कहा, स्वामी जी वेखो ये तुहाडी अशरफी आ, जिहनूं मैं रुमाल दे विच रख छड्डिया है, इसलिए जो मैं तुहां तों डरिया, क्यों जो तुसीं करड़े आदमी हो, जो तुसां नहीं धरिया सो चुकदे आ, ते जो नहीं बीजिया सो वड्डदे आ। उन उसनूं आख्या, ओए दुष्ट नौकर। हालेलुया। अज तुहाडे मेरे विच भी इस तरह के लोग ने जिन्हां ने पवित्र आत्मा लिया और ਉਹਦੇ अनुसार चले ही नहीं, एज इट इज ही रखिया। हालेलुया। और इदां दे बंदे नूं खुदा दुष्ट नौकर आखदा, जिन्हें बाइबल पढ़न दे विच वाधा नहीं कीता, प्रार्थना करन दे विच वाधा नहीं कीता, जिन्हें पवित्र आत्मा नूं होर अगे चलाया नहीं, वधाया नहीं, नजदीकी च नहीं गया खुदा दे, इस तरह के बंदे नूं कहंदा मैं रुमाल च बन रखिया जो तुसीं मैनूं दिता, लको लिया। कहंदा मैनूं लगदा सीगा किते मैं ना कमा पावां, मैं ना कर पावां ते तुसीं मैनूं सजा दोगे, या मैनूं तुसीं चोर आखोगे, या गलत वर्ड मेरे लिए बोलोगे। कहंदा इसलिए मैनूं छुपा लिया सी रुमाल दे विच, आ लो कहंदा तुहाडा। ते बाइबल कहंदा उस नौकर ते लिए कहंदा, ओए दुष्ट नौकर। याद रखना, बाइबल तुहाडे लिए शब्द ना बोले। तुहानूं जो मिलिया उह च वाधा करन दी कोशिश करो, तुहाडे उपर जो खुदावंद दे वल्लों हैगा उह च वाधा करन दी कोशिश करो। हालेलुया। उम्मीद करदा तुसीं समझ पाए, उम्मीद करदा हां तुसीं समझ पाए इस गल कि जो खुदावंद ने तुहानूं दिता उहदे विच वाधा करो। चाहे तुहानूं दरियां विछाउण दी सेवा, तुहानूं साउंड लगाउण दी सेवा चर्च दे विच, चाहे कलीसिया दे विच लोगां नूं हैंडल करन दी सेवा, उहनूं बखूबी निभाओ, अच्छे रीति दे नाल निभाओ। हालेलुया। और अगे लिखिया, कहंदा ओए दुष्ट नौकर, कहंदा तेरे ही मूंहों मैं तैनूं दोषी ठहराउंदा है। कहंदा मैं तैनूं जाणिया, सॉरी तैं कहंदा तू मैनूं जाणिया जो मैं कड़ना आदमी आ, अते जो मैं नहीं धरिया सो चुकदा आ, जो नहीं बीजिया सो वड्डदा आ। कहंदा फिर तैं मेरे रुपए शराब दी हट्टी क्यों ना रखे, जो मैं आण के उन्हां तो व्याज सुधा लैंदा। हालेलुया। कहंदा अते उसने, क्योंकि खुदा नूं वादे नाल मतलब आ, जो तुहानूं दे दिता उहदे नाल नहीं, ओह तां ओहदी किरपा ना जो उहने तुहानूं दे दिता। वादा असीं करना, उहनूं वादे दे नाल मतलब आ। जिन्हां ने वादा करके दिता उहनां तो खुश होया। हालेलुया। जिन्हां ने वादा करके दिता उन्हां तो खुश आ। और इस नौकर ने भी वो कहंदा शराफां दी हट्टी कहंदा रख दिंदा, मेरा तोड़ा जां सिक्का जां जो भी सीगा, कहंदा मैं आण के व्याज ना लैंदा, ओहदे विच वादा ना हुंदा, कहंदा ते मैं तैनूं बरकत दिंदा, मैं तैनूं शाबाश दिंदा। अज खुदा ने साडे ते किरपा कीती है, ओहदे विच वादा करना, उसी किरपा दे डिपेंड ना होवो कि जिन्ना खुदा ने तुहानूं समां दित्ता तुसीं ओही कर रहे हैं, ओहदे विच जो वादा करोगे तां खुदावंद तुहाडे तो प्रसन्न होएगा। हालेलुया। कहंदा जो थोड़े च वफादार आ वो एक दिन बहुते दे विच होएगा। हालेलुया। अज असीं औखे सौखे भी 10वां हिस्सा नहीं कढ पा रहे हैं, ते जदों खुदा तुहानूं ब्लैस करेगा तुसीं उदों भी नहीं कढ पाओगे, और खुदा तुहानूं कदी ब्लैस नहीं करेगा। याद रखना मेरी गल नूं, क्योंकि जिहड़ा अज अपनियां घर दीयां जरूरतां देख के दसवंत नहीं कढ रहा, अज अपने परिवार दीयां जरूरतां देख के दसवंत नहीं कढ रहा, और खुदा इस पैसे दे उपर कदी बरकत नहीं पाएगा, क्योंकि खुदा नूं पता इहनूं मैं बरकत दे देती, इहदियां जरूरतां होर वध जाणियां और चर्च वालों ने फिर नहीं देखना। हालेलुया। याद रखना मेरी गल नूं, इह सच्चाई आ, 100% सच्चाई है। खुदा उसी कमाई दे विच उन्हां हत्थां 'च ही वाधा पाउंदा आ जिन्हां हत्थां दे द्वारा उहदे घर दीयां जरूरतां पूरीआं हुंदियां, चर्च दीयां जरूरतां पूरीआं हुंदियां, वो उसी कमाई 'च वाधा पाएगा। फॉर एग्जाम्पल किसी नूं 1000 रुपया मिलदा, वो 100 रुपया चर्च दे लई दे रिहा आ, चर्च दे कम्मां दे लई दे रिहा आ, और खुदा दी नज़र पै रही है उस 1000 रुपये दे उपर, उस परसन दे उपर, और खुदा उन्होंने 1000 तो लखां दे विच लैके जाएगा। क्यों? क्योंकि वो थोड़े च वफादार आ। आमीन। हालेलुया। एक दिन खुदा उन्होंने लखां दे विच लैके जाएगा, और खुदा नूं पता आ इन्हें लखां ही दसवंत दे देना।
इन्हें हज़ारा ही अपना दसवंत दे देना है चर्च दी जरूरतों के लिए। क्यों? क्योंकि ये थोड़े च वफादार रहा। क्यों? खुदा इत्थे मालिक ने आके कहा पहले नौकर नूं, कहंदा तू थोड़े च वफादार है, कहंदा तू 10 नगरां दे उपर इख्तियार ले ला। हालेलुया। अज सानूं साडे घर दीयां जरूरतां दिखदियां, अज सानूं साडे परिवार दीयां जरूरतां दिखदियां, पर सानूं चर्च दीयां जरूरतां नहीं दिखदियां। क्यों? क्योंकि असीं अपने मन नूं कठोर कीता पिया। हालेलुया। पर मैं तुहानूं ये भी सिखाना चाहुंदा, दवांगे बीजांगे तां ही हकदार आ फसल वड्ढण दे। हालेलुया। अगर तुसीं दसवंत नहीं दे रहे तो चर्च नूं कोई फर्क नहीं पैंदा पिया। चर्च दीयां जरूरतां खुदा अपने आप पूरीआं करदा है। हालेलुया। वो औकात तो वध के दिंदा है, वो साडी सोच तो किते परे अपने आप इंतजाम कर दिंदा है। सानू खुद नहीं पता हुंदा वो कित्थों इंतजाम कर दिंदा और किद्दां वो जरूरतां नूं पूरा कर दिंदा है। हालेलुया। उम्मीद करदा तुसीं समझ पा रहे हैं। अज थोड़े च वफादार हैं, अज अगर 100 रुपया भी दसवंत कटदे हैं, कल हज़ारां दे विच खुदा तुहानूं लैके जाएगा। अगर तुसीं हज़ारां च दसवंत कटदे हैं तो खुदा तुहानूं लखां दे विच एक दिन लैके जाएगा। बोलो आमीन। हालेलुया। उम्मीद करदा तुसीं समझ पा रहे हैं। और अगे लिखिया कहंदे ते उसने उन्हां नूं जिहड़े कोल खड़े सन आख्या अशरफी उसदे कोलों लै लो अते जिस कोल 10 अशरफियां हन ओनू दिओ। देखो ਉਹਦੇ ਕੋਲ ਇੱਕ ਸੀਗੀ ਜਿਹੜਾ ਦੁਸ਼ਟ ਨੌਕਰ कहलाया, ਜਿਹਨੇ रुमाल च बन के रखी ਸੀਗੀ। मालिक ने की किया, ਇਹਦੇ ਕੋਲੋਂ अशरफी खोलो और ਜਿਹਦੇ ਕੋਲੋਂ 10 ਆ ਉਹਨੂੰ ਦੇ ਦਿਓ। ਅੱਗੇ ਫਿਰ ਲੋਕਾਂ ਨੇ ਕੀ ਕਿਹਾ ਸੁਣੋ। ਕਹਿੰਦੇ ਤਾਂ ਉਹਨਾਂ ਉਸ ਨੂੰ ਕਿਹਾ, ਕਹਿੰਦੇ स्वामी जी ਉਹਦੇ ਕੋਲ ਤਾਂ 10 ਅਸ਼ਰਫੀਆਂ ਆ, ਤੁਸੀਂ ਉਹਨੂੰ ਦੇਣ ਦੇ ਲਈ ਕਹਿੰਦੇ ਆ। ਇਹਦੇ ਕੋਲ ਇੱਕ ਆ, ਤੁਸੀਂ ਇਹਨੂੰ ਇਹ ਤੋਂ ਖੋਣ ਦੇ ਲਈ ਕਹਿੰਦੇ। ਹਾਲੇਲੂਇਆ। और जिन्हें 5 कमाइया ओनू भी नहीं दिता, जिन्हें ज्यादा कमाया ओनू मिलिया। हालेलुया। जिन्हें ज्यादा मसा कमाया, जिन्हें ज्यादा प्रार्थना का समय कमाया, जिन्हें ज्यादा बाइबल रीडिंग का समय कमाया, जिन्हें खुदावन दे नाल ज्यादा संबंधां नूं मजबूत कर लिया, ओनू ओ बरकत मिली। बोलो हालेलुया। ये औकात तो वध के आ, ये सैलरी दे नाल एक बोनस की तरह है। हालेलुया। शाबाशी तो पहले मिल गई आ, एक अशरफी भी बाद विच मिल गई, एक बोनस की तरह है। मतलब सोच तो परे खुदा किद्दां इंतजाम कर दिंदा, इदां इंतजाम करदा वो अपने वफादार लोगों दियां थोड़ा नूं पूरा करन दे लई। कहंदा तू मैनूं दे के फिर पर के देख, मैं तैनूं इन्नी बरकत दे देवांगा, तेरे को रखण नूं थां ना होवेगा। 10 अशरफियां पहला 10 नगरां दे उपर इख्तियार मिल गया और उपरों एक होर मिल गया उन्होंने। हालेलुया। कहंदा इन्नी बरकत देवांगा, तेरे को रखण नूं थां ना होवेगा। बोलो आमीन। उन्हां लोगां दे लई जिहड़े दान दसवंत देण च वफादार ने, जिहड़े खुदावंद दे हुक्म नूं पहल दे स्थान दे उत्ते पूरा करदे ने। हालेलुया। और कहंदे ओहदे कोल एक अशरफी लै लो, जिहदे कोल 10 आ ओनू दिओ। कहंदे तो उन्हां लोगां ने कहा, कहंदे स्वामी जी ओहदे कोल तां 10 अशरफियां आ। फिर यीशु मसीह ने की किया, कहंदे मैं तुहानूं आखदा हां कि जिस किसे कोल कुछ हैगा ओनू दिता जावेगा, पर उस तों जिहदे कोल नहीं उस कोलों जो उसदा है सो भी लै लिया जावेगा। हालेलुया। मैं फिर पढ़ना तां मेरा वचन का जो टाइटल है कंप्लीट हो जाए, तुहाडी समझ दे विच आ जाए। कहते मैं तुहानूं आखदा हां कि जिस किसे कोलों कुछ हैगा ओनू दिता जाना। अज साडे कोल मसा आ, वो होर मसा देगा, होर अभिषेक देगा, होर प्रार्थना का टाइम देगा, होर सानू बाइबल का टाइम देगा, होर सानू अपनी जॉब टाइम तो फ्री करेगा, साडे बिजनेस टाइम तो सानू फ्री करेगा, तां जो असीं खुदावंद दे नाल समय बिता सकीए। वो साडे लई सारे रस्तियां नूं खोल देगा। बोलो आमीन। हालेलुया। जिहदे कोलों हैगा कहंदा ओनू होर दिता जावेगा, पर कहंदा उस तों जिहदे कोलों नहीं आ उस कोलों जो उसदा हैगा सो भी लै लिया जाना है। जिन्हें वादा नहीं किया खो लिया जाना, उहदे कोलों ओनू खाली कर दिता जाना। हालेलुया। नॉन क्रिश्चियन और उस परसन दे विच जिहदे कोल सब कुछ लै लिया गया कोई फर्क नहीं है। याद रखना मेरी गल। जिहदे कोलों खो लिया गया पवित्र आत्मा, जिहदे कोलों खो ले गए स्वर्गीय शब्द, जिहदे कोलों खो लिया गया अभिषेक, जिहदे कोलों खो लिया बाइबल दा समय, प्रार्थना दा समय, वो एक नॉन क्रिश्चियन है। हालेलुया। याद रखना ये बहुत वड्डा कर्स है उन्हां दे उपर, जिन्हां दा प्रार्थना करन नूं दिल नहीं करदा, बाइबल पढ़न नूं दिल नहीं करदा। ये शराब है उन्हां दे उपर, जिन्हां ने कदर नहीं की मसा दी, जिन्हां ने कदर नहीं की अभिषेक दी, जिन्हां ने कदर नहीं की पवित्र आत्मा दी। ये शराब उन्हां दी जिंदगी दे उपर आ गया। हालेलुया। क्योंकि जदों मिलिया उदों कदर नहीं की, अज मंगदे आ अज मिलदा नहीं है। हालेलुया। और अगे लिखिया कहंदे मेरे इन्हां वैरियां नूं जिहड़े नहीं सी चाहुंदे भई मैं उन्हां उत्ते राज करां, इत्थे लियाओ अते मैं मेरे सामने कहंदा मार सुट्टो उन्हां नूं। हालेलुया। जिहड़े लोग चाहुंदे सीगे कि वो राज ना करे उत्थे। हालेलुया।
ਪਾਤਸ਼ਾਹ ਨਾ ਬਣ ਜਾਵੇ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ। ਜਿਹਦੇ ਕੋਲ ਹੈਗਾ ਉਹ 'ਚ ਵਾਧਾ ਹੋਣਾ, ਜਿਹਦੇ ਕੋਲ ਹੈ ਨਹੀਂ ਉਹਦੇ ਕੋਲ ਕੁਝ ਵੀ ਨਹੀਂ ਹੈ। ਜੋ ਕੁਝ ਹੈਗਾ ਉਹ ਵੀ ਖੋਹ ਲਿਆ ਜਾਣਾ। ਮੈਂ ਇੱਕ ਗਵਾਹੀ ਦਿੰਦਾ, ਤੁਹਾਨੂੰ ਇੱਕ ਉਦਾਹਰਨ ਦਿੰਦਾ ਹੈ। ਹਾਂ, ਪ੍ਰੇਅਰ ਮੀਟਿੰਗ ਦੀ ਆ, 2-3 ਸੰਡੇ ਪਹਿਲਾਂ ਦੀ ਗੱਲ ਆ। ਕੀ ਹੋ ਰਿਹਾ, ਵਰਸ਼ਿਪ ਟਾਈਮ ਚੱਲ ਰਿਹਾ, ਮੇਰੀਆਂ ਅੱਖਾਂ ਬੰਦ, ਮੇਰਾ ਧਿਆਨ ਖੁਦਾਵੰਦ ਦੇ ਵੱਲ ਲੱਗਾ ਹੋਇਆ, ਔਰ ਬਾਰ-ਬਾਰ ਮੈਨੂੰ ਪਾਕ ਰੂ ਕਹਿ ਰਿਹਾ ਵੀ ਇਸ ਸਾਈਡ ਦੇ ਉੱਪਰ ਪ੍ਰਾਰਥਨਾ ਕਰ, ਇਸ ਸਾਈਡ ਦੇ ਉੱਪਰ ਇੱਕ ਪਰਸਨ ਉਹਦੇ ਲਈ ਪ੍ਰਾਰਥਨਾ ਕਰ। ਔਰ ਮੈਂ ਸੋਚ ਰਿਹਾ, ਮੈਂ ਗੱਲਬਾਤ ਕਰ ਰਿਹਾ, ਔਰ ਮੇਰੇ ਖਿਆਲ ਦੇ ਵਿੱਚ ਕਿ ਉਸ ਥਾਂ ਦੇ ਉੱਪਰ ਫਲਾਣਾ ਬੰਦਾ ਬੈਠਾ ਹੋਇਆ, ਔਰ ਜਿਹਨੂੰ ਮੈਂ ਜਾਣਦਾ ਆ। ਔਰ ਮੈਨੂੰ ਬੜੀ ਖੁਸ਼ੀ, ਮੈਂ ਕਿਹਾ ਲਓ ਜੀ, ਅੱਜ ਡਿੱਗੇ ਹੋਏ ਬੰਦੇ ਤੇ ਕਿਰਪਾ ਹੋਈ, ਕਿਉਂਕਿ ਉਹ ਪਰਸਨ ਡਿੱਗਿਆ ਹੋਇਆ ਸੀ ਆਤਮਾ ਦੇ ਵਿੱਚ। ਔਰ ਕੀ ਹੁੰਦਾ ਜਦੋਂ ਮੈਂ ਉਸ ਸਾਈਡ ਦੇ ਉੱਪਰ ਜਾਂਦਾ ਖੁਦਾਵੰਦ ਦੀ ਆਵਾਜ਼ ਨੂੰ ਸੁਣ ਕੇ, ਔਰ ਉਸ ਥਾਂ ਦੇ ਉੱਪਰ ਕੌਣ ਬੈਠਾ ਹੈ ਜਿਹੜਾ ਆਲਰੇਡੀ ਭਰਿਆ ਪਿਆ ਆਤਮਾ ਦੇ ਨਾਲ, ਜਿਹੜਾ ਆਲਰੇਡੀ ਅਭਿਸ਼ੇਕ ਦੇ ਨਾਲ ਭਰਿਆ ਪਿਆ। ਤਾਂ ਮੈਨੂੰ ਫਿਰ ਆ ਵਚਨ ਮਿਲਿਆ ਖੁਦਾ ਦੇ ਕੋਲੋਂ। ਉਸ ਦਿਨ ਮੈਨੂੰ ਇਹ ਵਚਨ ਦਾ ਭੇਤ ਜਿਹੜਾ ਮੇਰੇ ਉੱਪਰ ਖੁੱਲਿਆ, ਔਰ ਮੈਂ ਇਸ ਵਚਨ ਨੂੰ ਬੜੀ ਅੱਛੀ ਰੀਤੀ ਨਾਲ ਸਮਝਿਆ। ਔਰ ਉਦੋਂ ਇਹ ਗੱਲ ਮੇਰੇ ਮਾਈਂਡ ਦੇ ਵਿੱਚ ਖੁਦਾ ਨੇ ਪਾਈ, ਦਿਲ 'ਚ ਪਾਈ। ਜਦੋਂ ਮੈਂ ਅੱਖਾਂ ਦੁਆ ਕਰ ਰਿਹਾ ਤੇ ਅੱਖਾਂ ਖੋਲੀਆਂ, ਮੈਂ ਕਿਹਾ ਤਾਂ ਪਰਸਨ ਦੂਸਰਾ ਆ। ਫਿਰ ਖੁਦਾ ਦੀ ਆਵਾਜ਼ ਹੈ, ਕਹਿੰਦੇ ਜਿਹਦੇ ਕੋਲੋਂ ਹੈਗਾ ਉਹਨੂੰ ਹੋਰ ਦਿੱਤਾ ਜਾਣਾ, ਔਰ ਜਿਹਦੇ ਕੋਲੋਂ ਨਹੀਂ ਆ ਮਾੜਾ ਮੋਟਾ ਉਹ ਵੀ ਲੈ ਲਿਆ ਜਾਣਾ। ਸਿਚੁਏਸ਼ਨ ਇਦਾਂ ਦੀ ਹੋਈ ਕਿ ਉਸ ਭਜਨ ਦੇ ਉੱਪਰ ਕੋਈ ਢੋਲਕੀ ਜਾਂ ਪਤਾ ਨਹੀਂ ਤਬਲਾ ਵਜਣਾ ਸੀ ਜਾਂ ਢੋਲਕੀ ਵਜਣਾ ਸੀਗਾ, ਤੇ ਪੋਜੀਸ਼ਨ ਚੇਂਜ ਹੋ ਗਈ ਉਹਨਾਂ ਦੀ। ਹਾਲੇਲੂਇਆ। ਦੇਖੋ ਖੁਦਾ ਕਿੱਦਾਂ ਵਚਨ ਨੂੰ ਪੂਰਾ ਕਰਦਾ, ਖੁਦਾ ਕਿੱਦਾਂ ਕਿਸੇ ਨੂੰ ਬਰਕਤ ਦਿੰਦਾ। ਔਰ ਉਸ ਦਿਨ ਉਹ ਬੰਦਾ ਇੰਨਾ ਭਰਿਆ ਰੂਹ ਦੇ ਨਾਲ, ਇੰਨਾ ਅਭਿਸ਼ੇਕ ਮਿਲਿਆ ਉਹਨੂੰ ਹੋਰ ਵੀ ਜ਼ਿਆਦਾ। ਜਿਹਦੇ ਕੋਲੋਂ ਹੈਗਾ ਉਹਨੂੰ ਹੋਰ ਦਿੱਤਾ ਜਾਣਾ, ਔਰ ਜਿਹਦੇ ਕੋਲੋਂ ਹੈਗਾ ਸੀ ਔਰ ਉਹਨੇ ਕਦਰ ਨਹੀਂ ਕੀਤੀ, ਮਾੜਾ ਮੋਟਾ ਜਿਹੜਾ ਹੈਗਾ ਉਹ ਵੀ ਖੋਲਿਆ ਜਾਣਾ ਉਹਦੇ ਕੋਲੋਂ। ਹਾਲੇਲੂਇਆ। ਉਮੀਦ ਕਰਦਾ ਤੁਹਾਨੂੰ ਅੱਜ ਦਾ ਵਚਨ ਜਿਹੜਾ ਸਮਝ ਆ ਗਿਆ ਕਿ ਕਿਹੜੇ ਬੰਦੇ ਦੀ ਪ੍ਰਾਰਥਨਾ 'ਚ ਵਾਧਾ ਹੋਏਗਾ, ਕਿਹੜੇ ਬੰਦੇ ਦੇ ਬਾਈਬਲ ਰੀਡਿੰਗ 'ਚ ਵਾਧਾ ਹੋਏਗਾ, ਉਹ ਕਿਹੜੇ ਬੰਦੇ ਦੀ ਨਜ਼ਦੀਕੀਆਂ ਜਿਹੜੀਆਂ ਖੁਦਾਵੰਦ ਦੇ ਨਾਲ ਵਧਣਗੀਆਂ। ਇਹ ਤੁਸੀਂ ਬਖੂਬੀ ਸਮਝ ਲਿਆ ਆ। ਮੈਨੂੰ ਲੱਗਦਾ ਮੈਂ ਸਮਝਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਔਰ ਉਮੀਦ ਕਰਦਾ ਤੁਸੀਂ ਵੀ ਸਮਝਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਆ। ਬੋਲੋ ਆਮੀਨ। ਹਾਲੇਲੂਇਆ। ਅੱਜ ਦੇ ਵਚਨ ਦਾ ਬੀਜ ਤੁਹਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਡਿੱਗੇ ਤੇ 100 ਦਾ 100 ਗੁਣਾ ਫਲਦਾਇਕ ਹੋਵੇ, ਯਿਸੂ ਮਸੀਹ ਦੇ ਨਾਮ 'ਚ। ਬੋਲੋ ਆਮੀਨ। ਹਾਲੇਲੂਇਆ। ਉਮੀਦ ਕਰਦਾ ਹਾਂ ਤੁਸੀਂ ਅੱਜ ਦੇ ਵਚਨ ਦੇ ਦੁਆਰਾ, ਅੱਜ ਦੀ ਆਰਾਧਨਾ ਦੇ ਦੁਆਰਾ, ਅੱਜ ਦੀ ਮੀਟਿੰਗ ਦੇ ਦੁਆਰਾ ਬਰਕਤ ਪਾਈ ਹੈ। ਔਰ ਮੈਂ ਪਰਮੇਸ਼ਰ ਦਾ ਦਾਸ ਹੋਣ ਦੇ ਨਾਤੇ ਉਹਦੇ ਦਿੱਤੇ ਅਧਿਕਾਰ ਦੇ ਨਾਲ ਤੁਹਾਡੀ ਜ਼ਿੰਦਗੀਆਂ ਦੇ ਉੱਪਰ ਬਰਕਤ ਨੂੰ ਰਿਲੀਜ਼ ਕਰਦਾ ਹੈ, ਆਸ਼ੀਸ਼ ਨੂੰ ਰਿਲੀਜ਼ ਕਰਦਾ ਹੈ। ਅਗਰ ਤੁਹਾਡਾ ਕੋਈ ਪ੍ਰਾਰਥਨਾ ਨਿਵੇਦਨ ਹੈ ਤਾਂ ਆਪਣਾ ਪ੍ਰਾਰਥਨਾ ਨਿਵੇਦਨ ਭੇਜ ਸਕਦੇ ਹਾਂ, ਮੈਂ ਜ਼ਰੂਰ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ। ਔਰ ਮੈਂ ਤੁਹਾਨੂੰ ਇੱਕ ਹਦਾਇਤ ਕਰਨਾ ਚਾਹੁੰਦਾ ਹਾਂ, ਸਿਖਾਉਣਾ ਚਾਹੁੰਦਾ, ਸਮਝਾਉਣਾ ਵੀ ਚਾਹੁੰਦਾ। ਪ੍ਰਾਰਥਨਾ ਕਰਨ ਦੇ ਵਿੱਚ ਲੱਗੇ ਰਹਿਣਾ, ਕਦੀ ਸੁਸਤੀ ਨਹੀਂ ਕਰਨੀ। ਬਾਈਬਲ ਏਦਾਂ ਕਹਿੰਦਾ, ਯਿਸੂ ਦੇ ਮੂੰਹ ਚੋਂ ਨਿਕਲੇ ਸ਼ਬਦ ਆ, ਕਹਿੰਦੇ ਪ੍ਰਾਰਥਨਾ ਕਰਨ 'ਚ ਲਗਾਤਾਰ ਲੱਗੇ ਰਹਿਣਾ, ਸੁਸਤੀ ਨਹੀਂ ਕਰਨੀ, ਮਿਸ ਨਹੀਂ ਕਰਨਾ। ਰੋਟੀ ਖਾਣੀ ਛੱਡ ਦਿਓ, ਪ੍ਰਾਰਥਨਾ ਕਰਨਾ ਨਾ ਛੱਡਣਾ। ਪਰ ਅਸੀਂ ਉਲਟਾ ਕਰਦੇ ਹਾਂ, ਰੋਟੀ ਖਾਣੀ ਨਹੀਂ ਛੱਡਦੇ, ਪ੍ਰਾਰਥਨਾ ਕਰਨੀ ਮਿਸ ਕਰ ਦਿੰਦੇ। ਇਹ ਬਹੁਤ ਵੱਡੀ ਮਿਸਟੇਕ ਹੈ ਇੱਕ ਕ੍ਰਿਸਚਨ ਬੰਦੇ ਦੀ ਜ਼ਿੰਦਗੀ ਦੇ ਵਿੱਚ। ਹਾਲੇਲੂਇਆ। ਜਿੰਨਾ ਰੋਟੀ ਖਾਣਾ ਜ਼ਰੂਰੀ ਸਮਝਦੇ ਹੋ, ਨਾ ਪ੍ਰਾਰਥਨਾ ਕਰਨਾ ਉਸ ਤੋਂ ਵੱਧ ਕੇ ਜ਼ਰੂਰੀ ਸਮਝੋ। ਖੁਦਾ ਕਦੀ ਵੀ ਤੁਹਾਨੂੰ ਮੁਹਤਾਜ ਨਹੀਂ ਹੋਣ ਦੇਗਾ, ਖੁਦਾ ਕਦੀ ਵੀ ਤੁਹਾਨੂੰ ਡਿੱਗਣ ਨਹੀਂ ਦੇਗਾ, ਕਦੀ ਵੀ ਕਮਜ਼ੋਰ ਨਹੀਂ ਹੋਣ ਦੇਗਾ। ਉਹ ਕਹਿੰਦਾ ਮੰਗ ਤੇ ਮੈਂ ਤੈਨੂੰ ਦਿੰਦਾ ਆ। ਆਪਣੇ ਮਸਾਂ 'ਚ ਵਾਧਾ ਕਰਨਾ, ਮੰਗੋ ਤਾਂ ਸਹੀ ਖੁਦਾ ਦੇ ਕੋਲੋਂ। ਪ੍ਰਭੂ ਮੈਨੂੰ ਫਿਰ ਤੋਂ ਪਵਿੱਤਰ ਆਤਮਾ ਦੇ, ਮੈਂ ਤੌਬਾ ਕਰਦੀ ਹਾਂ, ਮੈਂ ਤੌਬਾ ਕਰਦਾ ਪ੍ਰਭੂ, ਮੈਨੂੰ ਉਹੀ ਆਨੰਦ ਦੇ, ਮੈਨੂੰ ਉਹੀ ਖੁਦਾਵੰਦ ਸਪਿਰਚੁਅਲ ਲਾਈਫ ਦੇ ਪ੍ਰਭੂ, ਜੋ ਮੈਂ ਅਣਜਾਣਪੁਣੇ ਦੇ ਵਿੱਚ ਗਵਾ ਲਈ ਆ ਜਾਂ ਖੋ ਲਈ ਆ, ਮੈਂ ਕਦਰ ਨਹੀਂ ਕੀਤੀ। ਮੇਰੇ ਪਰਮੇਸ਼ਰ, ਮੈਂ ਕਦਰ ਕਰਦੀ ਹਾਂ, ਮੈਂ ਕਦਰ ਕਰਦਾ ਹਾਂ। ਅੱਜ ਖੁਦਾ ਦੇ ਕੋਲੋਂ ਮੰਗਣ ਦੀ ਜ਼ਰੂਰਤ ਆ। ਬਾਈਬਲ ਕਹਿੰਦਾ ਬਿਨਾਂ ਉਲਾਂਭੇ ਦੇਣ ਵਾਲਾ ਪਰਮੇਸ਼ਵਰ ਹੈ। ਹਾਲੇਲੂਇਆ। ਕਿਉਂਕਿ ਉਹਦੇ ਆਨੰਦ ਤੋਂ ਬਿਨਾਂ ਅਸੀਂ ਚੱਲ ਹੀ ਨਹੀਂ ਸਕਦੇ। ਉਹਦੀ ਹਜ਼ੂਰੀ ਜਿੱਥੇ ਆ ਉੱਥੇ ਆਨੰਦ ਦੀ ਭਰਪੂਰੀ ਆ। ਅਗਰ ਅਸੀਂ ਪ੍ਰਾਰਥਨਾ ਕਰ ਰਹੇ, ਸਾਨੂੰ ਆਨੰਦ ਆ ਰਿਹਾ, ਇਹਦਾ ਮਤਲਬ ਉਹਨੇ ਸਾਨੂੰ क्षमा ਕਰ ਦਿੱਤਾ। ਹਾਲੇਲੂਇਆ। ਅਗਰ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਔਰ ਬਸ ਏਦਾਂ ਹੀ ਉੱਠ ਜਾਂਦੇ, ਸਾਨੂੰ ਆਨੰਦ ਨਹੀਂ ਆ ਰਿਹਾ, ਇਹਦਾ ਮਤਲਬ ਖੁਦਾ ਨੂੰ ਚੰਗਾ ਨਹੀਂ ਲੱਗਦਾ। ਤੁਹਾਡਾ ਜੀਵਨ ਉਹਨੂੰ ਮਨ ਭਾਉਂਦਾ ਨਹੀਂ ਕਿ ਤੁਸੀਂ ਉਹਦੇ ਕਦਮਾਂ 'ਚ ਆਓ ਔਰ ਪ੍ਰਾਰਥਨਾ ਕਰੋ। ਹਾਲੇਲੂਇਆ। ਦਿਲ ਤੋਂ ਜਿਹੜਾ ਖੁਦਾ ਨੂੰ ਪਿਆਰ ਕਰਦਾ, ਉਹਨੂੰ ਉਹ ਵੀ ਪਿਆਰ ਕਰਦਾ। ਆਪਣੇ ਮਸਾਂ ਦੇ ਵਿੱਚ ਵਾਧਾ ਕਰੋ। ਅੱਜ ਤੋਂ ਬਾਅਦ ਯਿਸੂ ਮਸੀਹ ਦੇ ਨਾਮ 'ਚ ਤੁਹਾਡੇ ਮਸਾਂ ਦੇ ਵਿੱਚ ਵਾਧਾ ਹੋਵੇ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਬਰਕਤ ਦੀ ਪ੍ਰਾਰਥਨਾ ਨੂੰ ਮੰਗਦੇ ਹਾਂ। ਯਿਸੂ ਮਸੀਹ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਮੁਬਾਰਕ ਸਮੇਂ ਦੇ ਲਈ, ਅੱਜ ਤੁਹਾਡੇ ਲੋਕਾਂ ਦੇ ਲਈ ਜਿਨ੍ਹਾਂ ਨੇ ਕਲਾਮ ਨੂੰ ਸੁਣਿਆ। ਆਸ਼ੀਸ਼ ਔਰ ਬਰਕਤ ਦਿਓ ਮੇਰੇ ਪ੍ਰਭੂ ਜੀ, तमाम ਜ਼ਰੂਰਤਾਂ ਨੂੰ ਪੂਰਾ ਕਰੋ। ਮੇਰੇ ਖੁਦਾ ਸੀ ਬਾਈਬਲ ਦੇ ਵਿੱਚੋਂ ਪੜ੍ਹ ਲਿਆ, ਸਮਝ ਲਿਆ ਮੇਰੇ ਖੁਦਾ ਬੰਦਾ, ਡਿੱਗੇ ਹੋਇਆਂ ਨੂੰ ਨਵਾਂ ਬਲ ਦਿਓ ਮੇਰੇ ਪ੍ਰਭੂ ਜੀ। ਯਹੋਵਾ ਨੂੰ ਉਡੀਕਣ ਵਾਲੇ ਨਵੇਂ ਸਿਰੇ ਤੋਂ ਬਲ ਪਾਉਣਗੇ ਮੇਰੇ ਖੁਦਾ ਬੰਦਾ, ਅਸੀਂ ਵਿਸ਼ਵਾਸ ਕਰਦੇ ਹਾਂ।
ਅਸੀਂ ਤੁਹਾਨੂੰ ਉਡੀਕ ਰਹੇ ਹਾਂ ਮੇਰੇ ਪ੍ਰਭੂ। ਸਾਨੂੰ ਨਵਾਂ ਬਲ ਦਿਓ, ਨਵਾਂ ਅਭਿਸ਼ੇਕ ਦਿਓ, ਨਵੀਂ ਕਿਰਪਾ ਕਰੋ, ਨਵਾਂ ਅੱਗ ਦਿਓ, ਅੱਗ ਦਾ ਤਾਇਆ ਹੋਇਆ ਮੱਸਾ ਦਿਓ, ਪਵਿੱਤਰ ਆਤਮਾ ਦਿਓ, ਪਵਿੱਤਰ ਆਤਮਾ ਦੀ ਭਰਪੂਰੀ ਦਿਓ, ਪਵਿੱਤਰ ਆਤਮਾ ਦੇ ਫਲਾਂ ਵਰਦਾਨਾਂ ਦੇ ਨਾਲ ਭਰ ਦਿਓ ਮੇਰੇ ਪ੍ਰਭੂ। ਵਚਨ ਦੇ ਗਿਆਨ ਦੇ ਨਾਲ ਭਰ ਦਿਓ, ਵਚਨ ਦੇ ਭੇਦਾਂ ਦੇ ਨਾਲ ਭਰ ਦਿਓ ਮੇਰੇ ਪਰਮੇਸ਼ਵਰ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ। ਤੁਹਾਡੇ ਲੋਕ ਆਸ਼ੀਸ਼ਿਤ ਹੋਣ, ਤੁਹਾਡੇ ਲੋਕ ਛੁਟਕਾਰਾ ਪਾਉਣ, ਤੁਹਾਡੇ ਲੋਕ ਸ਼ਰਾਬਾਂ ਤੋਂ खुदाबंद आजाद होने यीशु मसीह नासरी दे नाम दे विच मेरे खुदाबंद अज ही खुदाबंद उन्हां दी जिंदगियां दे विच जो मसाया ओ इनक्रीज हो जावे यीशु मसीह दे नाम दे विच। अज दे वचन दे द्वारा ओ बरकत नु प्राप्त करन मेरे प्रभु। जो कुछ उन्हां दे कोलों हैगा ओ च वादा करन मेरे प्रभु। प्रेयर लाइफ दे विच वादा करन, बाइबल रीडिंग दे विच वादा करन, संगीतीकरण दे विच वादा करन। यीशु मसीह दे नाम च मैं आशीष और बरकत देना मेरे खुदाबंदा। तुहाडे लोग ब्लैस कीते जान, तुहाडे लोग संभाले जान, तुहाडे लोग बचाए जान, तुहाडे लोग वधाए जान, तुहाडे लोग तुहानू करीबी तो जान लैण मेरे प्रभु जी। अज दे वचन दा बीज साडे दिलां दी चंगी जमीन ते जाके डिगे ते 100 दा 100 गुना फलदायक होवे प्रभु। सुनन वालियां जिंदगियां निहाल होण, बरकत दिओ, आशीष दिओ, हर एक दी जरूरत नू पूरा करना, कमजोरां नू नवां बल दे के अपनी महिमा दे लई इस्तेमाल करना मेरे प्रभु जी। मैं तुहाडा दास होण दे नाते तुहाडे दित्ते अधिकार दे नाल तुहाडे लोकां दी जिंदगियां दे उपर आशीष और बरकत नू रिलीज करदा है मेरे प्रभु। धन्नवाद करदे सारियां गल्लां बातां दे लई। प्रार्थना नूं तुसीं सुन लिया, धन्नवाद दे नाल अज दी प्रार्थना नूं प्रभु यीशु मसीह दे जिंदा नाम दे विच होके सारे ही मिल के मंगदे हां, आमीन। मे गॉड ब्लेस। खुदाबंद तुहानूं सारियां नूं बहुतायत दे नाल आशीष और बरकत देवे। खुदाबंद तुहानूं संभाले, अपने सज्जा हथ वधा के तुहानूं संभाले। और खुदाबंद दा प्यार बहुत महान है कि उन्हें अपनी हथेलियां ते तुहाडी शक्ल नूं ओ कर लिया है। किन्ना प्यार करदा तुहानूं, किन्ना तुहाडी केयर करदा है। होर इथों वध के की कर दवे हो कि अपनी जान तक दा भी सरफा नहीं कीता। और अज साडे कोल प्रार्थना करन दा टाइम नहीं है। मेरा परमेश्वर तुहानूं समझ दवे, मेरा परमेश्वर तुहाडी बंद समझ नूं खोले, बंद अखां नूं खोले, बंद कन्नां नूं खोले, तां जो तुसीं उहदे प्यार नूं जान लवो। हालेलुया। मैं पास्टर ऑस्टिन सैमुअल खुदावंद यीशु मसीह दे जिंदा नाम च तुहाडी जिंदगियां दे उपर, तुहाडे परिवारां दे उपर शांति नूं भेजदा हां। आमीन दे नाल ग्रहण करो, आमीन।